ਸਰਦੀਆਂ ਹੰਢਾਈਆਂ, ਗਰਮੀਆਂ ਦਾ ਸੰਤਾਪ ਵੀ ਹੁਣ ਸੜਕਾਂ 'ਤੇ ਹੰਢਾ ਰਹੇ ਨੇ। ਆਪਾਂ ਹੁਣ ਇੱਕ ਰੂਮ ਦੇ ਵਿੱਚ ਬੈਠੇ ਹਾਂ, ਆਪਾਂ ਸ਼ਾਇਦ ਉਹ ਬਾਹਰਲੀ ਗਰਮੀ ਫੀਲ ਨਾ ਕਰਦੇ ਹੋਈਏ ਵੀ ਜਿਹੜੇ ਉਹ ਟਰਾਲੀਆਂ ਦੇ ਵਿੱਚ ਫੀਲ ਕਰਦੇ ਸੀਗੇ। ਤੁਸੀਂ ਜਦ ਬਾਹਰ ਬੈਠੇ ਸੀਗੇ, ਜਦ ਇਸ ਚੀਜ਼ ਨੂੰ ਲਿਖ ਰਹੇ ਸੀਗੇ, ਆਪਣੀ ਇਮੈਜੀਨੇਸ਼ਨਸ ਨੂੰ ਵੀਡੀਓਜ਼ ਦੇ ਰਾਹੀਂ ਦੇਖ ਕੇ ਲਿਖ ਰਹੇ ਸੀਗੇ, ਤਾਂ ਜਦ ਤੁਸੀਂ ਉੱਥੇ ਪਹੁੰਚੇ ਡਿਫਰੈਂਸ ਕੀ ਸੀਗਾ ਹੱਥੀਂ ਲਿਖਣ ਦਾ ਤੇ ਉੱਥੇ ਜਾ ਕੇ ਉਹ ਚੀਜ਼ ਨੂੰ ਫੀਲ ਕਰਨ ਦਾ? ਸੋ ਪਹਿਲਾਂ ਜਦੋਂ ਦਿੱਲੀ ਏਅਰਪੋਰਟ ਪਹੁੰਚਿਆ, ਰਾਤ ਦਾ ਸਫ਼ਰ ਸੀ, ਦਿੱਲੀ ਤੋਂ ਆਉਣਾ ਸੀ ਚੰਡੀਗੜ੍ਹ, ਤੇ ਮੈਂ ਡਰਾਈਵਰ ਨੂੰ ਕਿਹਾ ਕਿ ਤੂੰ ਕੋਈ ਹੋਰ ਰੂਟ ਨਾ ਫੜੀ, ਉੱਥੋਂ ਲੰਘ ਕੇ ਜਾਈਂ, ਸਿੰਘੂ ਬਾਰਡਰ ਤੋਂ ਲੰਘ ਕੇ ਜਾਈਂ, ਦੇਖਣਾ ਚਾਹੁੰਦਾ। ਤੇ ਮੇਰੇ ਨਾਲ ਕੁਝ ਟੀਮ ਦੇ ਹੋਰ ਵੀ ਮੈਂਬਰ ਜੁੜੇ ਹੋਏ ਸੀ, ਤੇ ਮੈਂ ਸੱਚੀ ਹੈਰਾਨ ਸੀਗਾ ਕਿੰਨਾ ਲੰਬਾ ਤੇ ਕਿੰਨੇ ਲੋਕੀ ਉੱਥੇ, ਕਿੰਨਾ ਇਕੱਠ ਹੈ ਉੱਥੇ। ਸੋ ਫਸਟ ਜਿਹੜਾ ਡਿਫਰੈਂਸ ਸੀ ਕਿ ਇੱਕ ਟੀਵੀ ਤੇ ਦੇਖਣਾ ਤੇ ਇੱਕ ਆਪਣੀ ਅੱਖੀਂ ਦੇਖਣਾ, ਕਿ ਐਕਚੁਅਲੀ ਕਿੰਨਾ ਲੰਬਾ ਉੱਥੇ ਆਪਣਾ ਜਿਹੜਾ ਹੈਗਾ ਰੂਟ ਹਾਈਵੇ 'ਤੇ ਨਾ, ਕਿੱਥੇ ਕੁ ਤੱਕ ਉਹ 5-5 ਕਿਲੋਮੀਟਰ ਤੱਕ ਧਰਨੇ 'ਤੇ ਬੈਠੇ। ਸੋ ਉਹ ਫਸਟ ਸ਼ੌਕ ਸੀ ਮੇਰੇ ਲਈ ਕਾਫੀ। ਇੱਕ ਚੀਜ਼ ਤੁਸੀਂ ਇੰਗਲੈਂਡ ਬੈਠੇ ਕਮਰੇ 'ਚ ਦੇਖ ਕੇ ਤੁਸੀਂ ਵਿਜ਼ੂਅਲਾਈਜ਼ ਕਰ ਰਹੇ ਹੋ, ਲੇਕਿਨ ਜਦੋਂ ਤੁਸੀਂ ਅਸਲ 'ਚ ਪਹੁੰਚਦੇ ਹੋ ਦੈਨ ਐਕਟਿੰਗ ਕਰਨ ਦੀ ਤਾਂ ਲੋੜ ਹੀ ਨਹੀਂ ਪਈ। ਕਮਿੰਗ ਬੈਕ ਟੂ ਯੂਰ ਕੁਐਸਚਨ, ਇਹ ਮੈਂ ਆਪ ਸੀ, ਮੈਂ ਆਪ ਉਹ ਕਿਰਦਾਰ ਹਾਂ ਜਿਹੜਾ ਕਿ ਇਮੋਸ਼ਨਲੀ ਅਟੈਚਡ ਹੈ, ਤੇ ਮੈਨੂੰ ਐਕਟਿੰਗ ਨੇ ਨੈਚੁਰਲੀ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਆਈਆਂ। ਸੋਸ਼ਲ ਮੀਡੀਆ 'ਤੇ ਵੀ ਕਈ ਇਹਨਾਂ ਦੇ ਵੀ ਚੈਨਲ ਸੀਗੇ, ਗੋਦੀ ਮੀਡੀਆ ਦੇ ਮੈਂ ਕਹਿ ਸਕਦਾ ਵੀ ਜਿਹੜੇ ਚੈਨਲ ਸੀ, ਜਿਹੜੇ ਕਹਿ ਰਹੇ ਸੀਗੇ ਵੀ ਉੱਥੇ ਆਤੰਕਵਾਦੀ ਨੇ, ਕੁਛ ਐਸੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਸੀਗੀਆਂ। ਤੁਸੀਂ ਉੱਥੇ ਤਾਂ ਕਾਫੀ ਦਿਨ ਲਗਾ ਕੇ ਆਏ ਹੋ, 20-25 ਦਿਨ ਤੁਸੀਂ ਉੱਥੇ ਰਹਿ ਕੇ ਆਏ ਹੋ, 24 ਘੰਟੇ ਤੁਸੀਂ ਉੱਥੇ ਹੁੰਦੇ ਸੀਗੇ, ਕੱਲੀ ਚੀਜ਼ ਫੀਲ ਕੀਤੀ ਹੈ। ਬੰਦਾ ਜੇ 2 ਦਿਨ ਇੱਕ ਦੂਜੇ ਦੇ ਨਾਲ ਮਿਲੇ ਤਾਂ ਬੰਦੇ ਨੂੰ ਉਹਦੀ ਵਾਈਬ ਆ ਜਾਂਦੀ ਹੈ ਵੀ ਐਕਚੁਅਲ ਦੇ ਵਿੱਚ ਬੰਦਾ ਕੀ ਹੈ। ਤੁਸੀਂ ਕੀ ਫੀਲ ਕੀਤਾ ਵੀ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਉੱਥੇ ਲੋਕ ਬੈਠੇ ਨੇ ਅਸਲ ਦੇ ਵਿੱਚ ਕੀ ਨੇ? ਆਪਣਾ ਅਸਲੀ ਪੰਜਾਬ ਜਿਹੜਾ ਅਸਲ 'ਚ ਪਿੰਡਾਂ 'ਚ ਵੱਸਦਾ ਸੀ, ਉਹ ਉੱਥੇ ਦੇਖਣ ਨੂੰ ਮਿਲ ਰਿਹਾ। ਤੇ ਮੈਂ ਇਹ ਕਹਾਂਗਾ, ਇੰਨਾ ਰਿਚ ਕਲਚਰ ਹੋਣ ਦੇ ਬਾਵਜੂਦ ਸਰਕਾਰਾਂ ਸਾਡੇ ਨਾਲ ਇੰਨਾ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਉਹ ਸੋਚਣਾ ਚਾਹੀਦਾ। ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈਗਾ ਇਹਦੇ ਵਿੱਚ, ਕਿ ਅਸੀਂ ਇਸ ਆਪਣੇ ਪੰਜਾਬੀ ਵਿਰਸਾ ਨਾਲ ਤੇ ਜੋ ਹੋ ਰਿਹਾ ਧਰਨੇ ਦੇ ਨਾਲ ਜਾਂ ਜੋ ਵੀ ਕਾਨੂੰਨ ਹੈ, ਸਭ ਕੁਝ ਉਹਨਾਂ ਚੀਜ਼ਾਂ ਨਾਲ ਅਸੀਂ ਜੁੜੇ ਰਹਿੰਦੇ ਹਾਂ। ਇਹ ਵੀ ਦੱਸ ਦੇਣਾ ਚਾਹੁੰਦਾ ਕਿ ਆਪਣੇ ਜਿਹੜੇ ਨੌਜਵਾਨ ਵੀਰ ਹੈ, ਉਹ ਰਸਤੇ ਤੋਂ ਕੁਝ ਦੇਰ ਪਹਿਲਾਂ ਖੜੇ ਸੀ, ਜਦੋਂ ਐਂਬੂਲੈਂਸ ਆਉਂਦੀ ਸੀ, ਇੱਕ ਬੰਦਾ ਉਹ 'ਚ ਬਹਿੰਦਾ ਸੀ, ਕਹਿੰਦਾ ਸੀ ਆਈ ਸ਼ੋ ਯੂ ਦ ਵੇ, ਤੇ ਉਹ ਘੁਮਾ ਕੇ ਲੈ ਕੇ ਜਾਂਦਾ ਸੀ ਉਹਨਾਂ ਨੂੰ ਦਿੱਲੀ। ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਕਿੱਦਾਂ ਦੇ ਸਾਡੇ ਕਿਰਦਾਰ ਨੇ, ਕਿੱਦਾਂ ਦੀ ਸਾਡੇ ਵਿੱਚ ਇਨਸਾਨੀਅਤ ਹੈ, ਲੇਕਿਨ ਉਹ ਕਿਸ ਤਰ੍ਹਾਂ ਪੋਰਟਰੇ ਕੀਤੀ ਜਾ ਰਹੀ ਹੈ। ਫਸਟ ਇੰਟਰਨੈਸ਼ਨਲ ਫੀਚਰ ਲੈਂਥ ਮੂਵੀ ਹੈ ਜਿਹੜੀ ਐਕਚੁਅਲ ਉੱਥੇ ਅੰਦੋਲਨ 'ਤੇ ਹਾਂਜੀ ਰਹਿ ਕੇ ਸ਼ੂਟ ਹੋਈ। ਅਸੀਂ 16-17 ਦਿਨ ਉੱਥੇ ਰਹੇ, ਤੇ ਜਿਵੇਂ ਤੁਸੀਂ ਕਿਹਾ ਕਿ ਕੋਈ ਸੈੱਟ ਨਹੀਂ ਲਾਇਆ, ਤੇ ਈਵਨ ਪੂਰੀ ਪ੍ਰੋਡਕਸ਼ਨ ਨਾਲ ਗਏ ਸੀ। ਇਹ ਨਹੀਂ ਕਿ ਚਲੋ ਕੋਈ ਛੋਟਾ ਕੈਮਰਾ ਲੈ ਕੇ ਜਾਂ ਕੁਝ ਵੀ, ਪੂਰੀ ਪ੍ਰੋਡਕਸ਼ਨ ਟਰੈਕ, ਟਰਾਲੀ ਜਿਪ ਵਗੈਰਾ ਜੋ ਅਸੀਂ ਜਿਵੇਂ ਸੈੱਟ 'ਤੇ ਵੀ ਕਰਾਂਗੇ, ਉਹ ਅਸੀਂ ਸਾਰਾ ਕੁਝ ਉੱਥੇ ਲੈ ਕੇ ਗਏ ਹਾਂ। गिरते हैं शेर सवार मैदाने जंग में, गिरते हैं शेर सवार मैदाने जंग में, वो तिफल ही क्या गिरे जो घुटनों के बल चले। सत श्री अकाल जी साਰਿਆਂ ਨੂੰ, मैं गुरप्रीत सिंह बल पंजाब न्यूज़ देख रहे हो तो ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਕਿਸਾਨੀ ਘੋਲ ਚੱਲ ਰਿਹਾ ਹੈ, ਇੱਕ ਬਹੁਤ ਵੱਡਾ ਮਹਾਯੁੱਧ ਕੇਂਦਰ ਸਰਕਾਰ ਵਿਰੁੱਧ ਜਿਹੜਾ ਆ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤਾ ਸੀ। ਇੱਕ ਬੀਜ ਜਿਹੜਾ ਆ, ਇੱਕ ਛੋਟਾ ਬੂਟਾ ਬੋਇਆ ਸੀ, ਤੇ ਅੱਜ ਕਿਤੇ ਨਾ ਕਿਤੇ ਜਾ ਕੇ ਮੈਂ ਕਹਿ ਸਕਦਾ ਹਾਂ ਕਿ ਇੱਕ ਬਹੁਤ ਵੱਡਾ ਦਰਖਤ, ਵਿਸ਼ਾਲ ਦਰਖਤ ਬਣ ਚੁੱਕਾ ਆ। ਇੱਕ ਬਹੁਤ ਲੰਬਾ ਟਾਈਮ ਬੀਤ ਚੁੱਕਾ, 7 ਮਹੀਨੇ ਹੋ ਚੁੱਕੇ ਨੇ। ਜਦ ਇਹ ਸ਼ੁਰੂਆਤ ਹੋਈ ਸੀ ਨਾ ਕਿਸਾਨੀ ਅੰਦੋਲਨ ਦੀ, ਤਾਂ ਸਾਡੇ ਮੀਡੀਆ ਪਰਸਨਸ ਕਾਫੀ ਸਵਾਲ ਕਰਦੇ ਹੁੰਦੇ ਸੀ। ਅਕਸਰ ਕਿਸਾਨਾਂ ਨੂੰ, ਸੈਲੈਬ੍ਰਿਟੀਜ਼ ਨੂੰ, ਕਲਾਕਾਰਾਂ ਨੂੰ ਜਿਹੜੇ ਵੀ ਇਸ ਦੇ ਵਿੱਚ ਸ਼ਮੂਲੀਅਤ ਦੇਣ ਲੱਗੇ ਸੀਗੇ, ਸਵਾਲ ਅਕਸਰ ਇਹ ਹੁੰਦਾ ਸੀਗਾ ਕਿ ਕਦੋਂ ਇਸ ਥੀਮ ਦੇ ਉੱਤੇ ਵੀ ਕੋਈ ਪਿਕਚਰ ਆਵੇਗੀ, ਕੋਈ ਮੂਵੀ ਆਵੇਗੀ ਵੀ ਜਾਂ ਨਹੀਂ। ਬਹੁਤ ਜ਼ਿਆਦਾ ਜਿਹੜੇ ਦਰਦ ਸੀਗੇ ਆਪਾਂ ਦੇਖੇ ਸੀ ਕਿਸਾਨੀ ਸੰਘਰਸ਼ ਦੇ ਵਿੱਚ, ਲੋਕਾਂ ਨੇ ਹੰਢਾਏ। ਬਹੁਤ ਜ਼ਿਆਦਾ ਜਿਹੜੀਆਂ ਨੇ ਸ਼ਹਾਦਤਾਂ, 400 ਤੋਂ ਵੱਧ ਸ਼ਹਾਦਤਾਂ ਹੋ ਚੁੱਕੀਆਂ ਨੇ। ਕੋਈ ਮੀਡੀਆ ਦਾ ਜਿਹੜਾ ਮੈਂ ਕਹਿ ਸਕਦਾ ਵੀ ਨੈਸ਼ਨਲ ਮੀਡੀਆ ਨੇ ਇਸ ਚੀਜ਼ 'ਤੇ ਕਦੇ ਵੀ ਗੌਰ ਨਹੀਂ ਕੀਤੀ। ਸੋਸ਼ਲ ਮੀਡੀਆ ਇੰਨਾ ਕੁ ਪਾਵਰਫੁਲ ਹੋ ਗਿਆ ਸੀਗਾ ਕਿ ਜਿਹੜੀ ਇਹ ਆਵਾਜ਼ ਸੀ ਕਿਤੇ ਨਾ ਕਿਤੇ ਵਿਦੇਸ਼ਾਂ ਤੱਕ ਪਹੁੰਚੀ। ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀਆਂ ਰੈਲੀਆਂ ਹੋਈਆਂ, ਤੇ ਸਲਾਬ ਇੰਨਾ ਕੁ ਜ਼ਿਆਦਾ ਵੱਧ ਗਿਆ ਕਿ ਜਿਹੜੇ ਸਵਾਲ ਅਸੀਂ ਉਦੋਂ ਸੈਲੈਬ੍ਰਿਟੀਜ਼ ਨੂੰ ਕਰਦੇ ਹੁੰਦੇ ਸੀ, ਉਹਦਾ ਜਵਾਬ ਅੱਜ ਮੈਂ ਤੁਹਾਨੂੰ ਦਊਂਗਾ। ਯਾਨੀ ਕਿ ਸਵਾਲ ਇਹੀ ਸੀ ਕਿ ਕਦੋਂ ਇਸ ਥੀਮ ਉੱਤੇ, ਯਾਨੀ ਕਿ ਖੜਕਾ ਦੜਕਾ ਛੱਡ ਕੇ, ਧੂਮ ਧਾਮ ਨੂੰ ਛੱਡ ਕੇ, ਰੋਮਾਂਟਿਕ ਸੀਨਸ ਨੂੰ, ਕਮੇਡੀ ਨੂੰ ਛੱਡ ਕੇ, ਇੱਕ ਅਸਲ ਦੇ ਵਿੱਚ ਕੋਈ ਸੂਝ ਵਾਲੀ, ਜਿਹੜੀ ਮੈਂ ਕਹਿ ਸਕਦਾ ਵੀ ਸੂਝ ਵਾਲੀ ਜਿਹੜੀ ਆ ਪਿਕਚਰ ਆਉਣ ਵਾਲੀ ਹੈ। ਤੁਸੀਂ ਬਿਲਕੁਲ ਸਹੀ ਸਮਝ ਰਹੇ ਹੋ ਕਿ ਕਿਸਾਨੀ ਘੋਲ ਉੱਤੇ ਇੱਕ ਮੂਵੀ ਬਣਨ ਜਾ ਰਹੀ ਹੈ, ਜੋ ਸਾਰੇ ਇਸ ਦਰਦ ਨੂੰ, ਦਿਲਾਂ ਦੇ ਦਰਦ ਨੂੰ, ਜਿਹੜੇ ਇੱਥੇ ਪਰਿਵਾਰ ਤੋਂ ਲੋਕ ਵਿਛੜੇ, ਸੁਸਾਈਡਸ ਹੋਏ, ਪਾਣੀ ਖਰਾਬ ਹੋਇਆ, ਹਵਾ ਦੂਸ਼ਿਤ ਹੋਈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸਾਰੇ ਸੁਮੇਲ ਦੇ ਵਿੱਚ ਇੱਕ ਬਹੁਤ ਸੋਹਣੀ ਤੇ ਪਿਆਰੀ ਮੂਵੀ ਬਣਨ ਜਾ ਰਹੀ ਹੈ, ਜਿਨ੍ਹਾਂ ਨੂੰ ਡਾਇਰੈਕਟ ਕੀਤਾ ਹੈ ਸਨੀ ਢੀਂਡਸੇ ਭਾਜੀ ਨੇ,
ਤੇ ਬਾਖੂਬੀ ਆਪਣੀ ਐਕਟਿੰਗ ਦੇ ਨਾਲ ਡਿਪਸ ਗੁਰਾਇਆ ਜੀ ਉਹਨਾਂ ਨੇ ਨਿਭਾਇਆ। ਅੱਜ ਮੇਰੇ ਨਾਲ ਦੋਹੇ ਜਣੇ ਮੌਜੂਦ ਹੋਣਗੇ, ਆਪਾਂ ਉਹਨਾਂ ਨਾਲ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ ਵੀ ਕਿਵੇਂ ਆਈਡੀਆ ਆਇਆ, ਕੀ ਦਰਦ ਸੀ ਉਹਨਾਂ ਦੇ ਦਿਲਾਂ ਦੇ ਵਿੱਚ ਤੇ ਜਿਹੜੇ ਉਹਨਾਂ ਨੇ ਪੰਨਿਆਂ ਦੇ ਵਿੱਚ ਲਿਖ ਦਿੱਤੇ, ਤੇ ਉਸੇ ਚੀਜ਼ ਨੂੰ ਉਹਨਾਂ ਨੇ ਹੁਣ ਟੀਵੀ ਸਕਰੀਨਸ ਤੇ ਯਾਨੀ ਕਿ ਵੱਡੇ ਸਿਨੇਮਾਸ ਦੇ ਵਿੱਚ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਨਾਲ ਬਾਈ ਹੁਣੀ ਨੇ। ਸਭ ਤੋਂ ਪਹਿਲਾਂ ਵੀਰੇ ਦਾ ਸਵਾਗਤ ਕਰਨਾ। ਵੀਰੇ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾ ਸਵਾਲ ਵੀਰੇ ਤੁਹਾਨੂੰ ਹੋਊਗਾ ਸਨੀ ਵੀਰੇ, ਕਿ ਬਹੁਤ ਲੰਬਾ ਟਾਈਮ ਹੋ ਗਿਆ, 7 ਮਹੀਨੇ ਬੀਤ ਚੁੱਕੇ ਨੇ। ਤੁਸੀਂ 7 ਮਹੀਨੇ ਦਾ ਟਾਈਮ ਆਪਾਂ ਕਹਿਣ ਨੂੰ ਹੁੰਦਾ, ਸਰਦੀਆਂ ਹੰਡਾਈਆਂ, ਗਰਮੀਆਂ ਦਾ ਸੰਤਾਪ ਵੀ ਹੁਣ ਸੜਕਾਂ ਤੇ ਹੰਡਾ ਰਹੇ ਨੇ। ਆਪਾਂ ਹੁਣ ਇੱਕ ਰੂਮ ਦੇ ਵਿੱਚ ਬੈਠੇ ਹਾਂ, ਆਪਾਂ ਸ਼ਾਇਦ ਉਹ ਬਾਹਰਲੀ ਗਰਮੀ ਫੀਲ ਨਾ ਕਰਦੇ ਹੋਈਏ ਵੀ ਜਿਹੜੇ ਉਹ ਟਰਾਲੀਆਂ ਦੇ ਵਿੱਚ ਫੀਲ ਕਰਦੇ ਸੀਗੇ। ਤੁਸੀਂ ਜਦ ਬਾਹਰ ਬੈਠੇ ਸੀਗੇ, ਜਦ ਇਸ ਚੀਜ਼ ਨੂੰ ਲਿਖ ਰਹੇ ਸੀਗੇ, ਆਪਣੀ ਇਮੈਜੀਨੇਸ਼ਨਸ ਨੂੰ ਵੀਡੀਓਜ਼ ਦੇ ਰਾਹੀਂ ਦੇਖ ਕੇ ਲਿਖ ਰਹੇ ਸੀਗੇ, ਤਾਂ ਜਦ ਤੁਸੀਂ ਉੱਥੇ ਪਹੁੰਚੇ ਡਿਫਰੈਂਸ ਕੀ ਸੀਗਾ ਹੱਥੀਂ ਲਿਖਣ ਦਾ ਤੇ ਉੱਥੇ ਜਾ ਕੇ ਉਹ ਚੀਜ਼ ਨੂੰ ਫੀਲ ਕਰਨ ਦਾ? ਬਹੁਤ ਜ਼ਿਆਦਾ ਡਿਫਰੈਂਸ ਸੀ ਐਕਚੁਅਲੀ। ਜੋ ਬਾਹਰ ਵੀ ਦਿਖਾਉਂਦੇ ਸੀ, ਮੈਨੂੰ ਇਹ ਨਹੀਂ ਸੀਗਾ ਪਤਾ ਕਿ ਐਕਚੁਅਲੀ ਕਿੰਨਾ ਵੱਡਾ ਉੱਥੇ ਧਰਨਾ ਲੱਗਿਆ ਹੋਇਆ। ਅੱਛਾ। ਸੋ ਪਹਿਲਾਂ ਜਦੋਂ ਦਿੱਲੀ ਏਅਰਪੋਰਟ ਪਹੁੰਚਿਆ, ਰਾਤ ਦਾ ਸਫ਼ਰ ਸੀ, ਦਿੱਲੀ ਤੋਂ ਆਉਣਾ ਸੀ ਚੰਡੀਗੜ੍ਹ, ਤੇ ਮੈਂ ਡਰਾਈਵਰ ਨੂੰ ਕਿਹਾ ਕਿ ਤੂੰ ਕੋਈ ਹੋਰ ਰੂਟ ਨਾ ਫੜੀ, ਉੱਥੋਂ ਲੰਘ ਕੇ ਜਾਈ, ਸਿੰਘੂ ਬਾਰਡਰ ਤੋਂ ਲੰਘ ਕੇ ਜਾਈ, ਮੈਂ ਦੇਖਣਾ ਚਾਹੁੰਦਾ ਕਿ ਮੇਰੇ ਨਾਲ ਕੁਝ ਟੀਮ ਦੇ ਹੋਰ ਵੀ ਮੈਂਬਰ ਜੁੜੇ ਹੋਏ ਸੀ। ਤੇ ਮੈਂ ਸੱਚੀ ਹੈਰਾਨ ਸੀਗਾ ਕਿੰਨਾ ਲੰਬਾ ਤੇ ਕਿੰਨੇ ਲੋਕੀ ਉੱਥੇ, ਕਿੰਨਾ ਇਕੱਠ ਹੈ ਉੱਥੇ। ਸੋ ਫਸਟ ਜਿਹੜਾ ਡਿਫਰੈਂਸ ਸੀ ਕਿ ਇੱਕ ਟੀਵੀ ਤੇ ਦੇਖਣਾ ਤੇ ਇੱਕ ਆਪਣੀ ਅੱਖੀਂ ਦੇਖਣਾ, ਕਿ ਐਕਚੁਅਲੀ ਕਿੰਨਾ ਲੰਬਾ ਉੱਥੇ ਆਪਣਾ ਜਿਹੜਾ ਹੈਗਾ ਰੂਟ ਹਾਈਵੇ ਤੇ ਨਾ, ਕਿੱਥੇ ਤੱਕ ਉਹ 5-5 ਕਿਲੋਮੀਟਰ ਤੱਕ ਧਰਨੇ ਤੇ ਬੈਠੇ। ਸੋ ਉਹ ਫਸਟ ਸ਼ੌਕ ਸੀ ਮੇਰੇ ਲਈ ਕਾਫੀ। ਹਾਂਜੀ। ਕਦੇ ਇਹ ਚੀਜ਼ ਪਹਿਲਾਂ ਫੀਲ ਕੀਤੀ ਸੀ ਲਾਈਫ ਦੇ ਵਿੱਚ ਵੀ ਕੋਈ ਐਡਾ ਵੱਡਾ ਪ੍ਰੋਟੈਸਟ ਹੋ ਰਿਹਾ ਹੋਵੇ? ਕੋਈ ਕਦੇ ਦੇਖਿਆ ਸੀ, ਕਦੇ ਸੁਣਿਆ ਸੀ ਚੀਜ਼? ਨਹੀਂ ਜੀ, ਨਹੀਂ। ਉਹੀ ਨਾ ਕਿ ਜੋ ਟੀਵੀ ਤੇ ਦਿਖ ਰਿਹਾ ਸੀ, ਚਲੋ ਬੰਦਾ ਇੱਕ ਫਰੇਮ 'ਚ ਦੇਖ ਲੈਂਦਾ ਕਿ ਚਲੋ ਇੱਥੇ ਤੱਕ ਹੈ ਨਾ, ਪਰ ਤੁਸੀਂ ਜਦੋਂ ਗੱਡੀ ਚੱਲ ਕੇ ਜਾਂਦੀ ਹੈ 15-20 ਮਿੰਟ 25 ਮਿੰਟ ਗੱਡੀ ਚੱਲਦੀ ਤੇ ਉਹ ਧਰਨਾ ਖਤਮ ਨਹੀਂ ਹੁੰਦਾ। ਨਾਲੇ ਉਹ ਇੱਕ ਲੋਕੇਸ਼ਨ ਸੀ ਸਿੰਘੂ ਬਾਰਡਰ ਤੇ ਟਿੱਕਰੀ ਤੇ ਹੋਰ ਬਾਕੀ ਸਾਰੇ ਬਾਰਡਰਸ ਵੀ। ਸੋ ਮੇਰੇ ਲਈ ਕਾਫੀ ਹੈਰਾਨਗੀ ਦੀ ਗੱਲ ਸੀਗੀ। ਬਿਲਕੁਲ। ਡਿਪਸ ਵੀਰੇ ਤੁਹਾਨੂੰ ਜ਼ਰੂਰ ਸਵਾਲ ਹੋਊਗਾ, ਅਸਰ ਕਲਾਕਾਰ ਜਿਹੜੇ ਹੁੰਦੇ ਨੇ ਸੈਟਸ ਤੇ ਪਰਫਾਰਮ ਕਰਦੇ ਨੇ, ਬੜੇ ਬਣਾਏ ਸੈੱਟ ਹੁੰਦੇ ਨੇ, ਉੱਥੇ ਇੱਕ ਪ੍ਰੋਪਰ ਆਪਾਂ ਕਹਿ ਸਕਦੇ ਵੀ ਵੈਨਿਟੀ ਵੈਨਸ ਹੁੰਦੀਆਂ ਨੇ, ਮੇਕਅਪ ਬॉयਜ਼ ਹੁੰਦੇ ਨੇ, ਸਾਰਾ ਕੁਝ ਹੁੰਦਾ। ਪਰ ਸਿੰਘੂ ਬਾਰਡਰ ਤੇ ਤੁਹਾਨੂੰ ਕੋਈ ਵੀ, ਮੈਂ ਕਹਿ ਸਕਦਾ ਵੀ ਕੋਈ ਪ੍ਰੋਪ ਨਹੀਂ ਤੁਸੀਂ ਜਿਹੜਾ ਫੇਕ ਯੂਜ਼ ਕੀਤਾ, ਸਾਰਾ ਰੀਅਲ ਸੈੱਟ ਸੀਗਾ। ਕੀ ਡਿਫਰੈਂਸ ਹੈ ਵੀ ਰੀਅਲ ਸੈੱਟ ਤੇ ਪਰਫਾਰਮ ਕਰਨਾ ਤੇ ਇੱਕ ਬਣੇ ਬਣਾਏ ਸੈੱਟ ਦੇ ਵਿੱਚ ਪਰਫਾਰਮ ਕਰਨ ਦੇ ਵਿੱਚ? ਜਿਵੇਂ ਅਸੀਂ ਥੀਏਟਰ ਕਰਦੇ ਰਹੇ ਹਾਂ, ਐਕਟਿੰਗ ਕਰਦੇ ਰਹੇ ਹਾਂ, ਸਭ ਤੋਂ ਵਧੀਆ ਜਿਹੜੀ ਇੰਪੋਰਟੈਂਟ ਚੀਜ਼ ਐਕਟਰ ਨੂੰ ਸਿਖਾਈ ਜਾਂਦੀ, ਨੋਟ ਟੂ ਐਕਟ, ਇਟ ਸ਼ੁੱਡ ਬੀ ਆਲ ਬੀ ਨੈਚੁਰਲ। ਤੇ ਮੈਂ ਇਹ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਕਿ ਇਹ ਰੋਲ ਨੂੰ ਮੈਂ ਨਹੀਂ ਚੁਣਿਆ, ਇਹ ਰੋਲ ਨੇ ਮੈਨੂੰ ਚੁਣਿਆ। ਤੇ ਐਕਚੁਅਲ 'ਚ ਆਈ ਡਿਡਨਟ ਹੈਵ ਟੂ ਐਕਟ ਬਿਕੋਜ਼ ਐਜ਼ ਐਨ ਆਰਟਿਸਟ ਅਸੀਂ ਥੋੜ੍ਹੇ ਇਮੋਸ਼ਨਲ ਹੁੰਦੇ ਹਾਂ। ਜਦੋਂ ਇੰਗਲੈਂਡ 'ਚ ਬੈਠੇ ਮੈਂ ਵੀਡੀਓਜ਼ ਦੇਖਦਾ ਸੀ ਤੇ ਕਈ ਵਾਰ ਅੱਖਾਂ 'ਚੋਂ ਅਥਰੂ ਵੀ ਨਿਕਲ ਆਉਂਦੇ ਸੀ ਕਿ ਜੇ ਮੈਂ ਪੰਜਾਬ ਹੁੰਦਾ ਤੇ ਮੈਂ ਉੱਥੇ ਹੋਣਾ ਸੀ। ਮੈਂ ਸਾਰੇ ਮੇਰੇ ਨੌਜਵਾਨ ਵੀਰ ਉੱਥੇ ਪਹੁੰਚ ਰਹੇ ਆ ਤੇ ਮੈਂ ਵੀ ਹਿੱਸਾ ਬਣਨਾ ਸੀ। ਪਰ ਕਈ ਵਾਰ ਦਿਲ ਤੋਂ ਦੁਆ ਨਿਕਲੀ ਹੁੰਦੀ ਹੈ ਤੇ ਰੱਬ ਆਪੇ ਕਬੂਲ ਕਰਦਾ। ਉਦੋਂ ਚੱਲ ਰਿਹਾ ਸੀ, ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਆਈਲ ਗੈਟ ਚਾਂਸ ਟੂ ਕਮ ਹੇਅਰ ਐਂਡ ਵਿਟਨੈਸ ਦਿਸ ਲਾਈਵ ਪ੍ਰੋਟੈਸਟ। ਤੇ ਜਦੋਂ ਅਸੀਂ ਗਏ ਵੀ ਉੱਥੇ ਪਹੁੰਚੇ ਤੇ ਭਾਜੀ ਨੇ ਵੀ ਦੇਖਿਆ ਕਿ ਯੂ ਨੋ ਦ ਐਕਸਪ੍ਰੈਸ਼ਨਸ ਆਈ ਵਾਸ ਗੈਟਿੰਗ, ਕਿ ਇਹ ਸੀ ਕਿ ਇੱਕ ਚੀਜ਼ ਤੁਸੀਂ ਇੰਗਲੈਂਡ ਬੈਠੇ ਕਮਰੇ 'ਚ ਦੇਖ ਕੇ ਤੁਸੀਂ ਵਿਜ਼ੂਅਲਾਈਜ਼ ਕਰ ਰਹੇ ਹੋ, ਲੇਕਿਨ ਜਦੋਂ ਤੁਸੀਂ ਅਸਲ 'ਚ ਪਹੁੰਚਦੇ ਹੋ ਦੈਨ ਐਕਟਿੰਗ ਕਰਨ ਦੀ ਤਾਂ ਲੋੜ ਹੀ ਨਹੀਂ ਪਈ। ਕਮਿੰਗ ਬੈਕ ਟੂ ਯੂਰ ਕੁਐਸਚਨ, ਇਹ ਮੈਂ ਆਪ ਸੀ, ਮੈਂ ਆਪ ਉਹ ਕਿਰਦਾਰ ਹਾਂ ਜਿਹੜਾ ਕਿ ਇਮੋਸ਼ਨਲੀ ਅਟੈਚਡ ਹੈ ਤੇ ਮੈਨੂੰ ਐਕਟਿੰਗ ਨੇ ਨੈਚੁਰਲੀ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਆਈਆਂ ਜੀ। ਸਨੀ ਵੀਰੇ ਜ਼ਰੂਰ ਪੁੱਛੂਗਾ ਕਿਉਂਕਿ ਇੱਕ ਹਿੰਟ ਤਾਂ ਆਪਾਂ ਨੂੰ ਮਿਲ ਗਿਆ, ਜਿਵੇਂ ਮੈਂ ਵੀ ਦਰਸ਼ਕਾਂ ਨੂੰ ਦੱਸਤਾ ਕਿ ਇੱਕ ਕਿਸਾਨੀ ਘੋਲ ਤੇ ਹੈ, ਪਰ ਮੈਂ ਚਾਹੁੰਦਾ ਵੀ ਕੀ ਐਕਚੁਅਲ ਸਟੋਰੀ ਕੀ ਹੈ, ਇਹ ਪੰਜਾਬ ਦੀ ਕਿਹੜੇ ਵਿਰਸੇ ਨੂੰ ਦਿਖਾ ਰਹੀ ਹੈ, ਐਕਚੁਅਲ ਸਟੋਰੀ ਕੀ ਹੈ ਇਸ ਫਿਲਮ? ਸੋ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਬੇਸਿਕਲੀ ਬੈਕਡ੍ਰੌਪ ਹੈ ਸਾਡੀ ਮੂਵੀ ਦਾ, ਇਹ ਬੇਸ ਹੈ, ਫਾਊਂਡੇਸ਼ਨ ਹੈ। ਬਟ ਸਟੋਰੀ ਇਸ ਤਰ੍ਹਾਂ ਕਿ ਇੱਕ ਸ਼ਹਿਰੀ ਮੁੰਡਾ ਜਿਹੜਾ ਕਿ ਆਪਣੇ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗ ਪਿਆ, ਉਹਦੇ ਫਾਦਰ ਦੀ ਡੈਥ ਹੋ ਜਾਂਦੀ ਹੈ ਤੇ ਕਿਸੇ ਕਾਰਨ ਉਹਨੂੰ ਦਿੱਲੀ ਜਾਣਾ ਪੈਂਦਾ ਮੁੰਡੇ ਨੂੰ। ਤੇ ਦਿੱਲੀ ਦੇ ਰਾਹ ਵਿੱਚ ਪਹੁੰਚਦਾ, ਉੱਥੇ ਉਹ ਫਸ ਜਾਂਦਾ, ਕੁਛ ਇੱਕ ਸਿਚੁਏਸ਼ਨ ਹੁੰਦੀ ਉਹਦੇ ਨਾਲ ਤੇ ਉਹ ਫਸ ਜਾਂਦਾ ਉੱਥੇ ਧਰਨੇ ਤੇ ਸਿੰਘੂ ਬਾਰਡਰ ਤੇ। ਸੋ ਐਕਚੁਅਲੀ ਜਿਹੜੇ ਕਾਰਨ, ਜਿਹੜੀ ਵਜ੍ਹਾ ਕਰਕੇ ਉਹ ਦਿੱਲੀ ਜਾ ਰਿਹਾ ਉਹ ਇਹ ਹੈ ਕਿ ਆਈ ਵਿਲ ਨਾਟ ਰਿਵੀਲ ਮੀਨ ਸਾਰੀ ਕਹਾਣੀ ਨਹੀਂ ਦੱਸਾਂਗਾ, ਬਟ ਉਹਦਾ ਕਾਰਨ ਕੀ ਹੈ ਕਿ ਉਹ ਚਾਹੁੰਦਾ ਕਿ ਆਪਣੀ ਮੈਂ ਕੁਛ ਜ਼ਮੀਨ ਵੇਚਾਂ ਜਾਂ ਆਪਣੇ ਬਾਹਰ ਜਾਣ ਦੇ ਚੱਕਰ 'ਚ ਉਹ ਜਾਣਾ ਚਾਹੁੰਦਾ ਦਿੱਲੀ। ਸੋ ਉਹ ਡਿਟੈਚਡ ਹੋਇਆ ਪਿਆ ਆਪਣੀ ਕਿਸਾਨੀ ਵਿਰਸੇ ਨਾਲ, ਹੈਰੀਟੇਜ ਨਾਲ, ਆਪਣੇ ਪਿਓ ਦੀ ਜਿਹੜੀ ਆਈਡੈਂਟਿਟੀ ਸੀ ਐਜ਼ ਅ ਫਾਰਮਰ ਸਨ, ਹੈ ਨਾ, ਇਹਨਾਂ ਚੀਜ਼ਾਂ ਦੇ ਨਾਲ ਇਹਨੂੰ ਕੋਈ ਇੰਟਰਸਟ ਨਹੀਂ ਹੈ। ਸੋ ਜਿਹੜੀ ਚੀਜ਼ ਤੋਂ ਭੱਜ ਰਿਹਾ, ਐਕਚੁਅਲੀ ਇਹਨੂੰ ਲੱਗਦਾ ਕਿ ਮੈਂ ਉਸ ਚੀਜ਼ ਤੋਂ ਭੱਜਦਾ ਪਿਆ, ਪਰ ਉਹਦੇ ਵੱਲ ਹੀ ਜਾ ਰਿਹਾ। ਸੋ ਉੱਥੇ ਧਰਨੇ 'ਤੇ ਪਹੁੰਚ ਕੇ ਜੋ ਚੇਂਜਿਸ ਆਉਂਦੀਆਂ ਕਰੈਕਟਰ ਦੇ ਵਿੱਚ, ਉਹਦੇ ਨਾਲ ਰਿਲੇਟਿਡ ਸਟੋਰੀ ਹੈ। ਸੋ ਜਿਹੜਾ ਧਰਨਾ ਆ ਉਹ ਇੱਕ ਬੈਕਡ੍ਰੌਪ ਹੈ ਸਾਡੇ ਇਸ ਮੂਵੀ ਦਾ। ਬੇਸ ਕਹਿ ਸਕਦਾ, ਬੇਸ ਬਿਲਕੁਲ। ਅੱਛਾ ਡਿਪਸ ਵੀਰੇ,
ਅਕਸਰ ਨਾ ਸੋਸ਼ਲ ਮੀਡੀਆ 'ਤੇ ਨਾ ਇੱਕ ਚੀਜ਼ ਬਹੁਤ ਦੇਖੀ ਮੈਂ, ਖਾਸ ਕਰਕੇ ਨੈਸ਼ਨਲ ਮੀਡੀਆ ਦਾ ਤਾਂ ਇਹ ਪ੍ਰਚਾਰ ਚੱਲ ਰਿਹਾ ਸੀ ਵੀ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਜਿਹੜੀ ਹੈ ਠੱਲ ਪਾਈ ਜਾ ਸਕੇ, ਰੋਕਿਆ ਜਾਵੇ ਵੀ ਐਡਾ ਵੱਡਾ ਜਿਹੜਾ ਵਰਲਡ ਦਾ ਪਹਿਲਾ ਪ੍ਰੋਟੈਸਟ ਬਣ ਗਿਆ ਵੀ ਐਡਾ ਲੰਬਾ ਚੱਲ ਰਿਹਾ ਵੀ ਇਸ ਨੂੰ ਰੋਕਿਆ ਜਾਵੇ। ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੇ ਸਾਥ ਦਿੱਤਾ। ਸੋਸ਼ਲ ਮੀਡੀਆ 'ਤੇ ਵੀ ਕਈ ਇਹਨਾਂ ਦੇ ਵੀ ਚੈਨਲ ਸੀਗੇ, ਗੋਦੀ ਮੀਡੀਆ ਦੇ ਮੈਂ ਕਹਿ ਸਕਦਾ ਵੀ ਜਿਹੜੇ ਚੈਨਲ ਸੀ ਜਿਹੜੇ ਕਹਿ ਰਹੇ ਸੀਗੇ ਵੀ ਉੱਥੇ ਆਤੰਕਵਾਦੀ ਨੇ, ਕੁਛ ਐਸੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਸੀਗੀਆਂ। ਤੁਸੀਂ ਉੱਥੇ ਤਾਂ ਕਾਫੀ ਦਿਨ ਲਗਾ ਕੇ ਆਏ ਹੋ, 20-25 ਦਿਨ ਤੁਸੀਂ ਉੱਥੇ ਰਹਿ ਕੇ ਆਏ ਹੋ, 24 ਘੰਟੇ ਤੁਸੀਂ ਉੱਥੇ ਹੁੰਦੇ ਸੀਗੇ, ਕੱਲੀ ਚੀਜ਼ ਫੀਲ ਕੀਤੀ ਹੈ। ਬੰਦਾ ਜੇ 2 ਦਿਨ ਇੱਕ ਦੂਜੇ ਦੇ ਨਾਲ ਮਿਲੇ ਤਾਂ ਬੰਦੇ ਨੂੰ ਉਹਦੀ ਵਾਈਬ ਆ ਜਾਂਦੀ ਹੈ ਵੀ ਐਕਚੁਅਲ ਦੇ ਵਿੱਚ ਬੰਦਾ ਕੀ ਹੈ। ਤੁਸੀਂ ਕੀ ਫੀਲ ਕੀਤਾ ਵੀ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਉੱਥੇ ਲੋਕ ਬੈਠੇ ਨੇ ਉਹ ਅਸਲ ਦੇ ਵਿੱਚ ਕੀ ਨੇ? ਅਸੀਂ ਦੇਖੋ ਜੀ, ਇਹ ਉੱਥੇ ਜਾ ਕੇ ਜਿਹੜਾ ਵੀ ਬੰਦਾ ਸਾਡੇ ਕਲਚਰ ਦੇ ਨਾਲ ਨਹੀਂ ਵਾਕਫ, ਮੈਂ ਤੇ ਕਹਾਂਗਾ ਇੱਕ ਵਾਰ ਉੱਥੇ ਜਾਓ। ਜਿੰਨਾ ਪਿਆਰ ਸਾਡੇ ਬਜ਼ੁਰਗ ਭਰਾ ਬੀਬੀਆਂ ਉੱਥੇ ਕਰਦੀਆਂ ਪਈਆਂ, ਜਿਵੇਂ ਜੋ ਸਾਡੇ ਗੁਰੂ ਮਹਾਰਾਜ ਸਾਨੂੰ ਸਿਖਾ ਕੇ ਗਏ ਆ, ਉਸ ਤਰ੍ਹਾਂ ਦਾ ਕਲਚਰ ਉੱਥੇ ਲਾਈਵ ਹੈਗਾ। ਸ਼ਾਇਦ ਉਹ ਪਿੰਡਾਂ 'ਚੋਂ ਵੀ ਥੋੜ੍ਹਾ ਥੋੜ੍ਹਾ ਖਤਮ ਹੋਈ ਜਾ ਰਿਹਾ। ਪਿੰਡਾਂ 'ਚ ਵੀ ਹੁਣ ਪੱਕੇ ਘਰ ਬਣ ਗਏ ਆ, ਲੋਕੀ ਇੱਕ ਦੂਜੇ ਦੇ ਆਣੋਂ ਘੱਟ ਗਏ ਆ। ਲੇਕਿਨ ਉੱਥੇ ਜਿਹੜਾ ਇੱਦਾਂ ਕਿ ਅਸੀਂ ਜਾਂਦੇ ਸੀ ਸ਼ਾਮ ਨੂੰ, ਜੇ ਵਾਕ ਵੀ ਕਰ ਰਹੇ ਆ ਨਾ, ਤੇ ਜੇ ਕਿਸੇ ਛੰਨ ਦੇ ਬਾਹਰ ਖੜ ਗਏ ਤੇ ਬਜ਼ੁਰਗ ਨੇ ਦੇਖ ਲਿਆ, ਉਹਨੇ ਕਹਿਣਾ ਕਾਕਾ ਇੱਧਰ ਆ, ਬਹਿ ਜਾ ਇੱਥੇ ਆ, ਮੁੰਡਿਓ ਲਿਆਓ ਚਾਹ ਲਿਆਓ, ਹਾਂ ਪ੍ਰਸ਼ਾਦਾ ਛਕੋਗੇ, ਕੀ ਕਰੋਗੇ। ਗੱਲਾਂ ਕਰਨੀਆਂ, ਉਹਨਾਂ ਦੇ ਐਕਸਪੀਰੀਅੰਸਿਸ ਉਹ ਸ਼ੇਅਰ ਕਰਦੇ ਸੀ ਸਾਡੇ ਨਾਲ। ਇੰਨਾ ਪਿਆਰ, ਮਤਲਬ ਕਿ ਆਪਣਾ ਅਸਲੀ ਪੰਜਾਬ ਜਿਹੜਾ ਅਸਲ 'ਚ ਪਿੰਡਾਂ 'ਚ ਵੱਸਦਾ ਸੀ, ਉਹ ਉੱਥੇ ਦੇਖਣ ਨੂੰ ਮਿਲ ਰਿਹਾ। ਤੇ ਮੈਂ ਇਹ ਕਹਾਂਗਾ, ਇੰਨਾ ਰਿਚ ਕਲਚਰ ਹੋਣ ਦੇ ਬਾਵਜੂਦ ਸਰਕਾਰਾਂ ਸਾਡੇ ਨਾਲ ਇੰਨਾ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਉਹ ਸੋਚਣਾ ਚਾਹੀਦਾ। ਇਹ ਫਿਲਮ ਵੀ ਇਹ ਸਿਰਫ 3 ਕਾਲੇ ਕਾਨੂੰਨਾਂ ਬਾਰੇ ਨਹੀਂ ਹੈ, ਇਹਦੇ ਆਫਟਰ ਇਫੈਕਟਸ ਵੀ ਕੀ ਹੋਣਗੇ ਸਾਡੇ ਕਲਚਰ ਤੇ, ਸਪੈਸ਼ਲੀ ਜੋ ਪਿੰਡਾਂ ਦਾ ਕਲਚਰ ਹੈ। ਮਤਲਬ ਕਿ ਤੁਸੀਂ ਆਪਣੇ ਖੇਤ 'ਚ ਜੋ ਬੋਇਆ ਹੈ ਉਹਨੂੰ ਤੁਸੀਂ ਮਤਲਬ ਕਿ ਜੇ ਤੁਸੀਂ ਗੰਨਾ ਉਗਾਇਆ ਉੱਥੇ, ਤੁਸੀਂ ਉਹ ਗੰਨੇ ਨੂੰ ਇੱਕ ਨੂੰ ਖਾ ਕੇ ਆਪਣੇ ਦੋਸਤਾਂ ਨੂੰ ਜਾਂ ਆਪ ਖਾ ਵੀ ਨਹੀਂ ਸਕਦੇ। ਐਸੇ ਕਲਚਰ ਥੋੜਾ ਅਸੀਂ ਬਣ ਕੇ ਰਹਿਣ ਵਾਲੇ ਬੰਦੇ ਤੇ ਹੈ ਹੀ ਨਹੀਂ। ਅਸੀਂ ਇਸ ਤੋਂ ਸ਼ੁਰੂ ਤੋਂ ਹੀ ਸਾਡਾ ਕਲਚਰ ਰਿਹਾ, ਖੁੱਲੇ ਸੁਭਾਅ ਰਹੇ ਹੈ, ਅਸੀਂ ਚੜ੍ਹਦੀ ਕਲਾ ਵਾਲੇ ਲੋਕ ਹਾਂ। ਤੇ ਅਸੀਂ ਬਸ ਇਹੀ ਕਵਾਂਗੇ ਕਿ ਕਲਚਰ ਨੂੰ ਬਚਾਉਣ ਵਾਸਤੇ ਉਹ ਸਾਰੀ ਸੰਗਤ ਉੱਥੇ ਬੈਠੀ ਹੈ ਤੇ ਮਹਾਰਾਜ ਉਹਨਾਂ ਦੀ ਅਰਦਾਸ ਸੁਣੇ ਤੇ ਛੇਤੀ ਤੋਂ ਛੇਤੀ ਕੋਈ ਫੈਸਲਾ ਹੋਏ। ਸਰੀ ਵੀਰੇ, ਸਵਾਲ ਤੁਹਾਨੂੰ ਹੋਊਗਾ ਕਿ ਬਾਹਰਲੇ ਜਿਹੜੇ ਬੋਰਨ ਹੁੰਦੇ ਨਾ, ਤੁਸੀਂ ਬਾਹਰ ਜੰਪਲ ਹੋ, ਕਿਤੇ ਨਾ ਕਿਤੇ ਲੋਕ ਨਾ ਟੀਚਰ ਕਰ ਦਿੰਦੇ ਨੇ ਵੀ ਬਾਹਰਲੇ ਮੁੰਡਿਆਂ ਨੂੰ ਜਾਂ ਕੁੜੀਆਂ ਨੂੰ ਜਿਹੜੇ ਬਾਹਰ ਜੰਪਲ ਨੇ, ਬੋਰਨ ਨੇ, ਉਹਨਾਂ ਨੂੰ ਇੱਥੇ ਦੇ ਵਿਰਸੇ ਦਾ ਨਹੀਂ ਪਤਾ। ਪਰ ਤੁਸੀਂ ਇੱਥੇ ਦੇ ਵਿਰਸੇ ਦੀ ਇੱਕ ਫਿਲਮ ਬਣਾਉਣ ਲੱਗੇ ਹੋ, ਕਿੰਨਾ ਕੁ ਡਿਫਿਕਲਟ ਸੀ? ਕਿਉਂਕਿ ਵਿਰਸੇ ਬਾਰੇ ਪਹਿਲਾਂ ਜਾਣਨਾ, ਪ੍ਰੋਪਰ ਨੌਲੇਜ ਹੋਣੀ, ਛੰਨ ਦੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਪ੍ਰੋਪਰ ਨੌਲੇਜ ਹੋਣੀ, ਇਹ ਕਿੱਥੋਂ ਲਈ? ਕਿ ਇਹ ਉਹ ਲੋਕਾਂ ਦਾ ਕਹਿਣਾ ਵੀ ਸਹੀ ਹੈ ਵੀ ਜਿਹੜੇ ਬਾਹਰਲੇ ਜੰਪਲ ਹੁੰਦੇ ਨੇ ਉਹਨਾਂ ਨੂੰ ਪ੍ਰੋਪਰ ਵਿਰਸੇ ਦੀ ਨੌਲੇਜ ਨਹੀਂ ਹੁੰਦੀ? ਸਹੀ ਵੀ ਹੈ ਤੇ ਨਹੀਂ ਵੀ ਸਹੀ, ਲਾਈਕ 50-50 ਮੈਂ ਕਹਿ ਰਿਹਾ ਕਹੂੰਗਾ। ਚਲੋ ਮੇਰੀ ਕਿਸਮਤ ਚੰਗੀ ਕਿ ਸਾਡੇ ਮੰਮੀ ਡੈਡੀ ਜਦੋਂ ਇੰਡੀਆ ਛੱਡ ਕੇ ਇੰਗਲੈਂਡ ਗਏ 75 'ਚ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਆਪ ਵੀ ਇੰਡੀਆ ਆਉਂਦੇ ਹਰ ਸਾਲ, ਤੇ ਜਦੋਂ ਵੀ ਉਹ ਆ ਸਕਦੇ ਤੇ ਸਾਨੂੰ ਵੀ ਲਿਆਉਂਦੇ ਰਹੇ ਸਾਡੇ ਬਚਪਨ ਤੋਂ। ਸੋ ਮੇਰਾ ਇੰਡੀਆ ਨਾਲ ਪਹਿਲਾਂ ਤੋਂ ਹੀ ਬਹੁਤ ਸਟਰੋਂਗ ਲਿੰਕ ਰਿਹਾ, ਮੇਰਾ ਸਾਰੀ ਫੈਮਿਲੀ ਦਾ। ਸੋ ਅਸੀਂ ਜੁੜੇ ਰਹੇ। ਅੱਜ ਤੱਕ ਮੇਰੇ ਮਾਮ ਡੈਡ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ, ਬਿਲੀਵ ਕਰੋਗੇ ਨਾ, 40-45 ਸਾਲ ਬਾਅਦ। ਸੋ ਇਹ ਜਿਹੜੀ ਕਿ ਮੈਂ ਪੰਜਾਬੀ ਬੋਲ ਰਿਹਾ ਉਹਨਾਂ ਦੀ ਦੇਣ ਆ। ਈਵਨ ਮੈਂ ਕਹੂੰਗਾ ਕਿ ਮੈਨੂੰ ਇੰਗਲਿਸ਼ ਵੀ ਆਉਂਦੀ, ਉਹ ਵੀ ਉਹਨਾਂ ਦੀ ਦੇਣ ਕਿ ਉਹਨਾਂ ਨੇ ਇੱਕ ਸੋਚ ਰੱਖੀ ਕਿ ਆਪਾਂ ਉੱਥੇ ਇੰਗਲੈਂਡ ਚਲੀਏ ਨਾ। ਸੋ ਆਈ ਥਿੰਕ ਜਿਹੜੀ ਫਸਟ ਜਨਰੇਸ਼ਨ ਉੱਥੇ ਦੀ ਬਾਹਰਲੇ ਬੋਰਨ ਬੱਚੇ ਹੈਗੇ ਆ, ਉਹ ਤਾਂ ਜੁੜੇ ਆ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ। ਪਰ ਅੱਗੇ ਤੋਂ ਅੱਗੇ ਜੇ ਤੁਸੀਂ ਇਹਨੂੰ ਨਹੀਂ ਮੇਨਟੇਨ ਕਰੋਗੇ, ਸੋ ਸਪੋਜ਼ ਮੈਂ ਅਗਲੀ ਜਨਰੇਸ਼ਨ ਨਾਲ ਹੀ ਨਹੀਂ ਪੰਜਾਬੀ 'ਚ ਗੱਲ ਕਰਾਂਗਾ ਤੇ ਉਹਨਾਂ ਨੂੰ ਫਿਰ ਕਿੱਥੋਂ ਆਊਗੀ? ਸੋ ਹਲੇ ਵੀ ਹੈ ਬਹੁਤ ਅਵੇਅਰਨੈਸ ਤਾਂ ਬਹੁਤ ਹੈ, ਬਿਕਾਜ਼ ਸੋਸ਼ਲ ਮੀਡੀਆ ਅਸੀਂ ਇੰਗਲਿਸ਼ ਵਿੱਚ ਪੇਸ਼ ਕਰੀਏ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਪੇਸ਼ ਕਰੀਏ। ਯੂਰਪ ਦੇ ਵਿੱਚ ਰੈਲੀਆਂ ਲੱਗੀਆਂ, ਲੰਡਨ, ਅਲੱਗ-ਅਲੱਗ ਲੈਂਗੁਏਜਸ ਦੇ ਵਿੱਚ, ਸਾਰਿਆਂ ਨੂੰ ਪਤਾ ਸੀ ਕਿ ਕੀ ਹੋ ਰਿਹਾ। ਸੋ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈਗਾ ਇਹਦੇ ਵਿੱਚ ਕਿ ਅਸੀਂ ਇਸ ਆਪਣੇ ਪੰਜਾਬੀ ਵਿਰਸਾ ਨਾਲ ਤੇ ਜੋ ਹੋ ਰਿਹਾ ਧਰਨੇ ਦੇ ਨਾਲ, ਜੋ ਵੀ ਕਾਨੂੰਨ ਹੈ, ਸਭ ਕੁਝ ਉਹਨਾਂ ਚੀਜ਼ਾਂ ਨਾਲ ਅਸੀਂ ਜੁੜੇ ਰਹਿੰਦੇ ਹਾਂ। ਹਾਂਜੀ। ਅੱਛਾ, ਮੀਡੀਆ ਤੇ ਨਾ, ਸੋਸ਼ਲ ਮੀਡੀਆ ਮੈਂ ਕਿਉਂਕਿ ਇਸ ਕਰਕੇ ਕਹਿ ਰਿਹਾ ਕਿਉਂਕਿ ਅਸੀਂ ਉੱਥੇ ਰਹੇ ਹਾਂ, ਉੱਥੇ ਤਾਂ ਪ੍ਰੋਪਰ ਕੱਟ ਆਫ ਕਰ ਦਿੰਦੇ ਸੀਗੇ, ਨੈੱਟ ਬੰਦ ਕਰਤੇ ਤਾਂ ਕਿ ਕੋਈ ਵੀ ਜਿਹੜੀ ਮੀਟਿੰਗ ਦਾ ਜਿਹੜਾ ਕਨਕਲੂਜਨ ਹੈ, ਸੋਲੂਸ਼ਨ ਕੀ ਨਿਕਲਿਆ, ਉਸ ਦੇ ਵਿੱਚ ਰਿਜ਼ਲਟ ਕੀ ਆਇਆ ਵੀ ਉਹ ਬਾਹਰ ਹੀ ਨਾ ਜਾਵੇ। ਉਸ ਤੋਂ ਬਾਅਦ ਅਫਵਾਹਾਂ ਫੈਲਾ ਦੇਣੀਆਂ ਉਹਨਾਂ ਨੇ, ਰਾਤ ਨੂੰ ਵੀ ਮਿਲਟਰੀ ਆ ਸਕਦੀ ਹੈ, ਕੁਛ ਐਸੀ ਚੀਜ਼ਾਂ ਹੁੰਦੀਆਂ ਸੀ। ਪਰ ਫਿਰ ਵੀ ਜਿਹੜੀ ਚੀਜ਼ ਨਹੀਂ ਰੋਕਣੀ ਚਾਹੁੰਦੇ ਸੀ ਉਹ ਬਾਹਰ ਤੱਕ ਪਹੁੰਚ ਗਈ। ਸਵਾਲ ਮੇਰਾ ਇਹ ਹੋਊਗਾ ਕਿ ਕੀ ਉਹਨਾਂ ਦਾ ਜਿਵੇਂ ਗੋਦੀ ਮੀਡੀਆ ਜਿਹੜੇ ਸੀਗੇ ਉਹਨਾਂ ਦਾ ਲਗਾਤਾਰ ਇਹ ਪ੍ਰਚਾਰ ਸੀਗਾ ਕਿ ਇੱਥੇ ਤਾਂ ਸਿਰਫ ਜਿਹੜੇ ਨੇ ਇਹ ਪੰਜਾਬੀ ਸਿੱਖ ਬੈਠੇ ਨੇ ਕਿਸਾਨੀ ਧਰਨੇ ਦੇ ਵਿੱਚ। ਪਰ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਪ੍ਰੋਟੈਸਟ ਹੋਏ ਨੇ, ਅਮਰੀਕਾ ਦੇ ਵਿੱਚ ਪ੍ਰੋਟੈਸਟ ਹੋਏ ਨੇ, UK ਦੇ ਵਿੱਚ ਪ੍ਰੋਟੈਸਟ ਹੋਏ ਨੇ। ਕਿ ਕੀ ਸਿਰਫ ਪੰਜਾਬੀ ਹੀ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਦੇ ਰਹੇ ਸੀ ਕਿ ਬਾਹਰਲੇ ਗੋਰੇ ਵੀ ਸਪੋਰਟ ਕਰਦੇ ਸੀ ਫਾਰਮਰ ਪ੍ਰੋਟੈਸਟ ਨੂੰ? ਅਵੇਅਰਨੈਸ ਬਾਹਰ ਕਾਫੀ ਸੀਗੀ ਤੇ ਹੈਗੀ ਇਸ ਚੀਜ਼ ਦੀ। ਮੈਂ ਇੱਕ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਦਾ। ਅਸੀਂ ਕਿਸੇ ਹੋਰ ਪੰਜਾਬੀ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਬਾਹਰ ਉੱਥੇ UK ਦੇ ਵਿੱਚ, ਤੇ ਸਾਨੂੰ ਇੱਕ ਖੇਤਾਂ ਵਾਲੀ ਲੋਕੇਸ਼ਨ ਦੀ ਲੋੜ ਸੀ। ਐਟ ਅ ਟਾਈਮ ਅਸੀਂ ਲੋਕੇਸ਼ਨ ਲੱਭ ਰਹੇ ਸੀ ਤੇ ਇੱਕ ਫਾਰਮ ਹਾਊਸ ਸੀਗਾ ਬਿਲਕੁਲ ਛੋਟੇ ਜਿਹੇ ਪਿੰਡ 'ਚ ਹੀ।
ਸ਼ਹਿਰ ਤੋਂ ਬਾਹਰ, ਤੇ ਉੱਥੇ ਪੰਜਾਬੀ ਤਾਂ ਬੰਦੇ ਸ਼ਾਇਦ ਕੋਈ ਜਾਂਦੇ ਵੀ ਨਾ ਹੋਣ। ਤੇ ਮੈਂ ਜਾ ਕੇ ਨੌਕ ਕੀਤਾ ਤੇ ਉਹ ਇੱਕ ਬਜ਼ੁਰਗ ਜਨਾਨੀ ਬਾਹਰ ਆਈ ਤੇ ਉਹਦਾ ਹਸਬੈਂਡ ਵੀ ਬਾਹਰ ਆਇਆ, ਫਾਰਮਰ ਸੀਗੇ ਉਹ। ਤੇ ਮੈਂ ਉਹਨਾਂ ਨੂੰ ਕਿਹਾ ਕਿ ਸਾਨੂੰ ਲੋਕੇਸ਼ਨ ਦੀ ਲੋੜ ਹੈ, ਕਹਿੰਦੇ ਠੀਕ ਹੈ ਲੈ ਲਓ। ਤੇ ਸ਼ੂਟਿੰਗ ਜਿਵੇਂ ਚੱਲਦੀ ਸੀ ਉਹ ਫਿਰ ਬਾਹਰ ਆਏ ਪਤਾ ਕਰਨ ਕਿ ਸਭ ਕੁਝ ਠੀਕ ਚੱਲਦਾ। ਤੇ ਜਿਹੜੀ ਉਹ ਬਜ਼ੁਰਗ ਮਾਤਾ ਸੀਗੀ ਮੈਨੂੰ ਕਹਿੰਦੀ, ਗੋਰੀ ਸੀ, ਫੁੱਲ ਔਨ ਇੰਗਲਿਸ਼, ਕਹਿੰਦੀ ਉਹ ਤੁਹਾਡੇ ਫਾਰਮਰਸ ਨਾਲ ਬੜਾ ਧੱਕਾ ਹੋ ਰਿਹਾ ਉੱਥੇ ਇੰਡੀਆ ਤੇ ਪੰਜਾਬ ਦੇ ਵਿੱਚ। ਮੀਨਸ ਉਹਨਾਂ ਨੂੰ ਵੀ ਅਵੇਅਰਨੈਸ ਸੀ ਇਸ ਚੀਜ਼ ਦੀ ਕਿ ਫਾਰਮਰ ਤਾਂ ਫਾਰਮਰ ਹੀ ਹੈ, ਭਾਵੇਂ ਇੰਗਲੈਂਡ ਦਾ ਹੋਵੇ, ਕੈਨੇਡਾ ਦਾ ਹੋਵੇ, ਇੰਡੀਆ ਦਾ ਹੋਵੇ। ਸੋ ਅਗੇਨ ਸੋਸ਼ਲ ਮੀਡੀਆ ਕਰਕੇ ਜਾਂ ਫਿਰ ਇੱਕ ਫਾਰਮਰ ਰਿਲੇਟਿਡ ਇਸ਼ੂ ਉਹ ਆਪ ਇੰਟਰਸਟ ਰੱਖਦੇ ਸੀਗੇ। ਸੋ ਨਾ ਕਿ ਸਿਰਫ ਪੰਜਾਬੀ, ਜਿਹੜਾ ਤੁਹਾਡਾ ਕੁਐਸਚਨ ਸੀ, ਸਿਰਫ ਪੰਜਾਬੀ ਲੋਕ ਨਹੀਂ ਬਟ ਦੁਨੀਆ ਦੇ ਸਾਰੇ ਲੋਕ, ਕੋਈ ਫਾਰਮਰ ਹੋਵੇ, ਕੋਈ ਲੇਬਰਰ ਹੋਵੇ, ਉਹ ਸਾਰੇ ਇਸ ਚੀਜ਼ ਨਾਲ ਜੁੜੇ ਹੈਗੇ ਆ। ਅੱਛਾ ਡਿਪਸ ਵੀਰੇ, ਤੁਸੀਂ ਇਸ ਚੀਜ਼ ਦੇ ਵਿੱਚ ਇੱਕ ਆਪਣਾ ਇਸ ਫਿਲਮ ਦੇ ਵਿੱਚ ਇੱਕ ਬਹੁਤ ਵੱਡਾ ਕਿਰਦਾਰ ਨਿਭਾ ਰਹੇ ਹੋ, ਇੱਕ ਮੇਨ ਰੋਲ ਦੇ ਵਿੱਚ ਤੁਸੀਂ ਇਸ ਫਿਲਮ ਦੇ ਵਿੱਚ ਆਏ ਹੋਏ ਹੋ। ਇੱਕ ਐਕਟਰ ਵਾਸਤੇ ਨਾ ਖੂਬੀ ਇਹੀ ਹੁੰਦੀ ਹੈ ਵੀ ਹਰ ਇੱਕ ਰੋਲ ਨੂੰ ਅਪਣਾ ਲੈਂਦਾ, ਹਰ ਇੱਕ ਰੋਲ ਦੇ ਵਿੱਚ ਖੁਦ ਨਿਭ ਜਾਂਦੇ ਨੇ। ਪਰ ਕੀ ਤੁਸੀਂ ਜਿਹੜੀ ਇਹ ਫਿਲਮ ਹੈ ਇੱਕ ਐਕਟਰ ਬਣ ਕੇ ਨਿਭਾਈ ਹੈ ਕਿ ਅਸਲ ਇਮੋਸ਼ਨਸ ਤੁਹਾਡੇ ਬਾਹਰ ਆਏ ਸੀ? ਇਸ 'ਚ ਜੀ ਇਹ 100% ਗੱਲ ਹੈ ਕਿ ਇਹਨਾਂ ਇਮੋਸ਼ਨਲੀ ਮੈਂ ਇੰਗਲੈਂਡ ਤੋਂ ਅਟੈਚ ਹੋ ਗਿਆ ਸੀ ਫਾਰਮਰਸ ਪ੍ਰੋਟੈਸਟ ਦੇ ਨਾਲ, ਕਿਉਂਕਿ ਮੇਰੇ ਵੀਰਾਂ, ਮੇਰੇ ਭਰਾਵਾਂ, ਮਾਂ ਪਿਓ ਨਾਲ ਧੱਕਾ ਹੋ ਰਿਹਾ ਸੀ। ਤੇ ਇਹ ਫਿਲਮ 'ਚ ਜਦੋਂ ਆ ਕੇ ਵੀ, ਜਦੋਂ ਆਪਾਂ ਸਕ੍ਰਿਪਟ ਵੀ ਭਾਜੀ ਨੇ ਲਿਖੀ ਹੈ, ਉਹ ਇਸ ਤਰੀਕੇ ਨਾਲ ਲਿਖੀ ਗਈ ਹੈ ਕਿ ਮਤਲਬ ਆਈ ਡਿਡਨਟ ਹੈਵ ਟੂ ਐਕਟ, ਮੇਰੇ ਅਸਲੀ ਇਮੋਸ਼ਨਸ ਜਾਗ ਰਹੇ ਸੀ। ਜਿਵੇਂ ਕੁਝ ਸੀਨਸ ਅਸੀਂ ਨਹੀਂ ਵੀ ਲਿਖੇ ਸੀ ਉਹ ਉੱਥੇ ਹੋ ਰਹੇ ਸੀ। ਹੁਣ ਅਸੀਂ ਉੱਥੇ ਆਪਣਾ ਸੀਨ ਜੋ ਲਿਖਿਆ ਸੀ ਉਹ ਸ਼ੂਟ ਕਰ ਰਹੇ ਸੀ, ਤੇ ਆਪਣੇ ਨਿਹੰਗ ਸਿੰਘ ਜੀ ਉੱਥੇ ਨਾ, ਜਿਹੜਾ ਰਸਤਾ ਤੁਹਾਨੂੰ ਪਤਾ ਹੋਏਗਾ ਕੁੰਡਲੀ ਬਾਰਡਰ ਤੇ ਮੇਨ ਸੜਕ ਬੰਦ ਕੀਤੀ ਹੋਈ ਹੈ ਤਾਂ ਕਿ ਘੁੰਮ ਕੇ ਜਾਣਾ ਪੈਂਦਾ ਦਿੱਲੀ ਵੱਲ ਨੂੰ। ਤੇ ਜਦੋਂ ਸੈਕਿੰਡ ਵੇਵ ਆਈ ਤੇ ਐਂਬੂਲੈਂਸਿਸ ਨੂੰ ਰਸਤਾ ਨਹੀਂ ਮਿਲ ਰਿਹਾ ਸੀ, ਤੇ ਆਪਣੇ ਨਿਹੰਗ ਸਿੰਘਾਂ ਨੇ ਕਿਹਾ ਕਿ ਇਹ ਰਸਤਾ ਖੋਲ੍ਹਣਾ, ਤੇ ਉੱਥੇ CRPF, ਦਿੱਲੀ ਪੁਲਿਸ ਸਾਰੇ ਉੱਥੇ ਹੈਗੇ ਸੀ, ਤੇ ਉਹਨਾਂ ਨਾਲ ਆਰਗੂਮੈਂਟ ਕਰ ਰਹੇ ਸੀ ਕਿ ਇਹ ਇੱਦਾਂ ਨਹੀਂ ਹੋ ਸਕਦਾ, ਤੁਹਾਨੂੰ ਲੈਟਰ ਦੇਣੀ ਪੈਣੀ ਹੈ। ਐਂਡ ਦ ਆਫਿਸਰ ਵਾਸ ਸਪੀਕਿੰਗ ਇੰਗਲਿਸ਼। ਤੇ ਫਿਰ ਜਿਵੇਂ ਐਜ਼ ਅ ਪੰਜਾਬੀ ਲਾਈਕ ਮੈਨੂੰ ਪਤਾ ਸੀ ਕਿ ਮੇਰੇ ਵੀਰ ਉੱਥੇ ਗੱਲ ਕਰ ਰਿਹਾ ਤੇ ਉਹ ਆਪਣੀ ਇੰਗਲਿਸ਼ 'ਚ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਤਾਂ ਕਿ ਇਹ ਠਹਿਰ ਜਾਣ, ਇਹ ਬੋਲਣ ਨਾ ਅੱਗੋਂ। ਤੇ ਦੈਨ ਆਈ ਜਸਟ ਇੰਟਰਪਟਡ, ਮੈਂ ਜਾ ਕੇ ਕਿਹਾ ਲਿਸਨ, ਦੇ ਆਰ ਟਰਾਈਂਗ ਟੂ ਸੇ ਦੈਟ ਦੇ ਵਾਂਟ ਟੂ ਮੇਕ ਦਿਸ ਵੇ ਨਾਟ ਫॉर themselves, they want ambulances to pass, so you have to understand where they are coming from। ਮਤਲਬ ਤੁਸੀਂ ਇੱਕ ਚੀਜ਼ ਨੂੰ ਦੋ ਨਜ਼ਰੀਏ ਨਾਲ ਦੇਖ ਸਕਦੇ ਹੋ। ਇਹਨਾਂ ਦਾ ਉਹ ਦਿੱਲੀ ਪੁਲਿਸ ਕਹਿ ਰਹੀ ਕਿ ਤੁਸੀਂ ਸਿਰਫ ਰਸਤਾ ਖੋਲ੍ਹਣਾ ਚਾਹੁੰਦੇ ਹੋ, ਇਹ ਹਿਊਮੈਨਿਟੀ ਦੀ ਗੱਲ ਕਰ ਰਹੀ, ਇਨਸਾਨੀਅਤ ਦੀ ਗੱਲ ਕਰ ਰਹੇ ਹੈ ਕਿ ਰਸਤਾ ਖੁੱਲ੍ਹੇਗਾ ਤਾਂ ਕਿ ਈਜ਼ੀਲੀ ਸਾਰੀਆਂ ਐਂਬੂਲੈਂਸਿਸ ਜਾ ਸਕਣ ਉੱਥੋਂ। ਤੇ ਉਹ ਆਫਿਸਰ ਨੇ ਕਿਹਾ ਦੈਨ ਯੂ ਹੈਵ ਟੂ ਰਾਈਟ ਅ ਲੈਟਰ ਐਂਡ ਦੈਨ ਵੀਲ ਰਿਪਲਾਈ ਟੂ ਯੂ ਇਨ 1 ਵੀਕ ਔਰ ਸਮਥਿੰਗ। ਤੇ ਫਿਰ ਇਹਨਾਂ ਨੂੰ ਸਮਝਾਇਆ, ਪਰ ਇਹ ਕਹਿੰਦੇ ਕਿ ਇਹ ਤਰੀਕਾ ਥੋੜ੍ਹਾ ਹੈ ਕਿ ਜਿਵੇਂ ਹੁਣ ਤੁਸੀਂ ਮੀਡੀਆ ਤੇ ਦਿਖਾ ਰਹੇ ਹੋ ਕਿ ਅਸੀਂ ਰਸਤਾ ਰੋਕ ਰਹੇ ਹਾਂ, ਅਸੀਂ ਰਸਤਾ ਨਹੀਂ ਰੋਕ ਰਹੇ, ਇਹ ਤੁਸੀਂ ਤੁਹਾਡਾ ਰੋਕਿਆ ਰਸਤਾ ਹੈ। ਤੇ ਫਿਰ ਨਿਹੰਗ ਵੀਰਾਂ ਨੇ ਇਹ ਡਿਸਕਸ ਕੀਤਾ ਕਿ ਜੇ ਹਫਤੇ ਤੱਕ ਸਾਨੂੰ ਨਹੀਂ ਜਵਾਬ ਆਉਂਦਾ ਤੇ ਫਿਰ ਅਸੀਂ ਇਹ ਆਪ ਹੀ ਖੋਲਾਂਗੇ। ਤੇ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਆਪਣੇ ਜਿਹੜੇ ਨੌਜਵਾਨ ਵੀਰ ਹੈ ਉਹ ਰਸਤੇ ਤੋਂ ਕੁਝ ਦੇਰ ਪਹਿਲਾਂ ਖੜੇ ਸੀ, ਜਦੋਂ ਐਂਬੂਲੈਂਸ ਆਉਂਦੀ ਸੀ ਇੱਕ ਬੰਦਾ ਉਹ 'ਚ ਬਹਿੰਦਾ ਸੀ, ਕਹਿੰਦਾ ਸੀ ਆਈ ਸ਼ੋ ਯੂ ਦ ਵੇ, ਤੇ ਉਹ ਘੁਮਾ ਕੇ ਲੈ ਕੇ ਜਾਂਦਾ ਸੀ ਉਹਨਾਂ ਨੂੰ ਦਿੱਲੀ। ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਕਿੱਦਾਂ ਦੇ ਸਾਡੇ ਕਿਰਦਾਰ ਨੇ, ਕਿੱਦਾਂ ਦੀ ਸਾਡੇ ਵਿੱਚ ਇਨਸਾਨੀਅਤ ਹੈ, ਲੇਕਿਨ ਉਹ ਕਿਸ ਤਰ੍ਹਾਂ ਪੋਰਟਰੇ ਕੀਤੀ ਜਾ ਰਹੀ ਹੈ, ਉਹ ਗਲਤ ਹੈ। ਕਿੰਨਾ ਕੁ ਡਿਫਰੈਂਟ ਐਕਸਪੀਰੀਅੰਸ ਸੀ ਬਾਈ ਸਨੀ ਵੀਰੇ, ਕਿਉਂਕਿ ਤੁਹਾਡੀ ਪਹਿਲੀ ਪੰਜਾਬੀ ਬੇਸਡ ਮੂਵੀ ਹੈ ਜਿਹੜੀ ਇੱਕ ਐਸੇ ਕਲਚਰ ਦੇ ਵਿਰਸੇ ਦੇ ਉੱਤੇ ਬਣਨ ਜਾ ਰਹੀ ਹੈ, ਤੇ ਰਿਲੀਜ਼ ਇੱਕ ਫੋਰਨ ਮੀਡੀਆ ਤੋਂ, ਮੈਂ ਕਹਿ ਸਕਦਾ ਵੀ ਇੱਕ UK ਬੇਸਡ ਮੀਡੀਆ ਤੋਂ ਜਿਹੜੀ ਤੁਸੀਂ ਰਿਲੀਜ਼ ਕਰ ਰਹੇ ਹੋ, ਪ੍ਰੋਡਕਸ਼ਨਸ ਤੋਂ ਰਿਲੀਜ਼ ਕਰ ਰਹੇ ਹੋ, ਇੱਕ ਹਾਲੀਵੁੱਡ ਪ੍ਰੋਡਕਸ਼ਨਸ ਤੋਂ ਇੱਕ ਪੰਜਾਬੀ ਮੂਵੀ ਆ ਰਹੀ ਹੈ। ਮੈਂ ਕਹਿ ਸਕਦਾ ਆ ਵੀ ਕਿੰਨਾ ਕੁ ਡਿਫਰੈਂਟ ਐਕਸਪੀਰੀਅੰਸ ਸੀਗਾ ਇੱਕ ਪੰਜਾਬ ਦੇ ਵਿੱਚ ਆ ਕੇ ਉਸ ਕ੍ਰਿਊ ਦੇ ਨਾਲ ਸ਼ੂਟ ਕਰਨਾ? ਇੱਕ ਫਰਕ ਸੀ ਕਾਫੀ। ਚਲੋ ਜਿਹੜੀ ਪੰਜਾਬੀ ਸਾਡੀ ਇੰਡਸਟਰੀ ਆ ਥੋੜ੍ਹੀ ਆਪਣੀ ਇਨਫੈਂਸੀ ਦੇ ਵਿੱਚ, ਮੀਨਸ ਹਾਲੇ ਨਵਾਂ ਜਨਮ ਲਿਆ, ਸੋ ਟਾਈਮ ਲੱਗੂਗਾ। ਨੈਚੁਰਲੀ ਜਿਹੜੀ ਬਾਹਰਲੇ ਪ੍ਰੋਡਕਸ਼ਨਸ ਹੁੰਦੇ ਉਹਨਾਂ ਦੇ ਬਜਟਸ ਜ਼ਿਆਦਾ ਹੁੰਦੇ ਕਿਉਂਕਿ ਉਹਨਾਂ ਦੀ ਆਡੀਅੰਸ ਜ਼ਿਆਦਾ ਵੱਡੀ ਹੁੰਦੀ ਹੈ। ਸੋ ਸਾਰੀਆਂ ਚੀਜ਼ਾਂ ਰਿਲੇਟਿਡ ਹੁੰਦੀਆਂ, ਜੇ ਜ਼ਿਆਦਾ ਦੇਖਣ ਆਉਣਗੇ ਲੋਕੀ ਤਾਂ ਨੈਚੁਰਲੀ ਤੁਹਾਡੀ ਰਿਕਵਰੀ, ਬਜਟਸ, ਪ੍ਰੋਡਕਸ਼ਨ ਵੈਲਿਊ ਬਾਹਰ ਜ਼ਿਆਦਾ ਹੋਊਗੀ ਨਾ, ਜਿਵੇਂ ਕਿ ਬਾਲੀਵੁੱਡ ਦਾ ਵੀ ਕੰਪੈਰੀਜ਼ਨ ਕਰੀਏ ਪੰਜਾਬੀ ਸਿਨੇਮਾ ਦੇ ਨਾਲ। ਬਟ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦੇ ਵਿੱਚ ਵੀ ਮੂਵੀ ਬਣਾਉਣ ਵੇਲੇ ਅਸੀਂ ਉਹ ਪ੍ਰੈਕਟਿਸਿਸ, ਕਿਉਂਕਿ ਮੇਰੀ ਸਾਰੀ ਸਟੱਡੀ ਅਤੇ ਸਕੂਲਿੰਗ ਅਤੇ ਸਾਰੀ ਮੇਰੀ ਐਕੈਡੈਮਿਕ ਬੈਕਗਰਾਊਂਡ ਜਿਹੜਾ ਹੈਗਾ ਫਿਲਮ ਸਕੂਲ ਦਾ ਉਹ ਉੱਥੇ ਦਾ ਹੀ ਹੈ, UK ਦਾ। ਸੋ ਉਹ ਤਰੀਕੇ, ਉਹ ਪ੍ਰੈਕਟਿਸਿਸ ਜੋ ਅਸੀਂ ਉੱਥੋਂ ਸਿੱਖਿਆ, ਕਿਉਂ ਨਾ ਅਸੀਂ ਇੱਥੇ ਲੈ ਕੇ ਆਈਏ। ਅਤੇ ਆਪਣੀ ਜਿਹੜੀ ਵੀ ਸਾਡੀ ਹੈਡ ਆਫ ਕੋਰ ਟੀਮ ਜਿਹੜੀ ਸੀਗੀ ਸਾਡੀ, ਪਹਿਲਾਂ ਉਹਨਾਂ ਨੂੰ ਵੀ ਥੋੜ੍ਹਾ ਸਿਖਾਇਆ ਕਿ ਇਸ ਤਰੀਕੇ ਨਾਲ ਆਪਾਂ ਕੰਮ ਕਰੀਏ। ਸੋ ਉਹਨਾਂ ਲਈ ਵੀ ਨਵਾਂ ਐਕਸਪੀਰੀਅੰਸ ਸੀ, ਨਾ ਕਿ ਸਿਚੁਏਸ਼ਨ ਦੇ ਹਿਸਾਬ ਨਾਲ। ਬਿਲਕੁਲ ਸੋ ਐਕਸਪੀਰੀਅੰਸ ਮੇਰੇ ਲਈ ਵੀ ਨਵਾਂ ਸੀਗਾ ਇੱਕ ਤਰ੍ਹਾਂ ਦਾ। ਚਲੋ ਮੈਂ ਪੰਜਾਬ 'ਚ ਕਾਫੀ ਕੰਮ ਕੀਤਾ ਹੋਇਆ, ਸੋ ਮੈਨੂੰ ਥੋੜ੍ਹੀ ਅਵੇਅਰਨੈਸ ਸੀ ਕਿ ਇੱਥੇ ਕਿਵੇਂ ਚੱਲਦਾ ਸਭ ਕੁਝ, ਪਰ ਮੈਂ ਚਾਹੁੰਦਾ ਸੀ ਜਿਹੜੀ ਸਾਡੀ ਟੀਮ ਸੀ ਉਹਨਾਂ ਲਈ ਵੀ ਇੱਕ ਨਵਾਂ ਇੱਕ ਲਰਨਿੰਗ ਐਕਸਪੀਰੀਅੰਸ ਹੋਵੇ। ਅਤੇ ਇਸ ਤਰ੍ਹਾਂ ਹੀ ਸੀ ਲਾਈਕ ਸਾਡਾ ਜਦੋਂ ਸਾਡੀ ਟੀਮ ਸੈੱਟ ਹੋਈ
ਫਿਰ ਆਪਣਾ ਕੰਮ ਵਧੀਆ ਹੋਇਆ ਪ੍ਰੋਫੈਸ਼ਨਲ ਤਰੀਕੇ ਨਾਲ। ਹਾਂਜੀ। ਅੱਛਾ ਵੀਰੇ, ਜ਼ਰੂਰ ਪੁੱਛੂੰਗਾ ਕਿਉਂਕਿ ਤੁਸੀਂ ਇਸ ਚੀਜ਼ ਦੀ ਨੌਲੇਜ ਲੈ ਕੇ ਆਏ ਹੋ, ਇਸ ਚੀਜ਼ ਦੀ ਪੜ੍ਹਾਈ ਕੀਤੀ ਹੈ। ਫਰਕ ਕੀ ਹੁੰਦਾ ਅੱਜ ਕੱਲ੍ਹ ਦੀ ਇੰਡਸਟਰੀ ਦੇ ਵਿੱਚ, ਮਿਊਜ਼ਿਕ ਇੰਡਸਟਰੀ ਦੇ ਵਿੱਚ ਦੇਖੀਏ ਤਾਂ ਪਹਿਲਾਂ ਲੋਕ ਜਾਂਦੇ ਨੇ, ਅਸਿਸਟੈਂਟ ਡਾਇਰੈਕਟਰ ਲੱਗ ਜਾਂਦੇ ਨੇ, ਨਾਲ ਲੱਗ ਜਾਂਦੇ ਨੇ, ਉਹ ਸਾਰੀ ਨੌਲੇਜ ਲੈ ਲੈਂਦੇ ਨੇ, ਆਉਂਦਾ ਉਹਨਾਂ ਨੂੰ ਕੁਝ ਨਹੀਂ ਹੁੰਦਾ, ਬੇਸਿਕ ਜਿਹੜੇ ਐਥਿਕਸ ਮੈਂ ਕਹਿ ਸਕਦਾ ਵੀ ਉਹਨਾਂ ਨੇ ਕਲੀਅਰ ਨਹੀਂ ਹੁੰਦੇ, ਕੋਈ ਨੌਲੇਜ ਨਹੀਂ ਹੁੰਦੀ ਲਿਖਾ ਪੜ੍ਹੀ ਦੀ, ਪਰ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਇੱਥੋਂ ਆਪਾਂ ਇਹ ਚੀਜ਼ ਇੱਦਾਂ ਕਰ ਸਕਦੇ, ਇੱਦਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਉਹ ਡਾਇਰੈਕਟਰ ਬਣ ਜਾਂਦੇ ਨੇ, ਉਸ ਤੋਂ ਬਾਅਦ ਮੂਵੀਜ਼ ਫੜਨ ਲੱਗ ਜਾਂਦੇ ਨੇ, ਵੱਡੇ ਵੱਡੇ ਪ੍ਰੋਜੈਕਟਸ ਫੜਨ ਲੱਗ ਜਾਂਦੇ ਨੇ। ਡਿਫਰੈਂਸ ਕੀ ਹੈ ਵੀ ਇਹ ਤਾਂ ਸੌਖਾ ਤਰੀਕਾ ਹੀ ਹੋ ਗਿਆ, ਇੱਕ ਬੰਦੇ ਨਾਲ ਅਸਿਸਟੈਂਟ ਡਾਇਰੈਕਟਰ ਲੱਗ ਜਾਓ, ਵੀ ਕੀ ਫਾਇਦਾ ਫਿਰ ਇੰਨੀ ਪੜ੍ਹਾਈ ਕਰਕੇ ਫਿਰ ਡਾਇਰੈਕਟਰ ਲੱਗਣ ਦਾ? ਡਿਫਰੈਂਸ ਕੀ ਦੋਨਾਂ ਦੇ ਵਿੱਚ? ਇਹਦੇ ਵਿੱਚ ਡਿਫਰੈਂਸਿਸ ਇਹ ਆ ਕਿ ਦੇਖੋ, ਜਦੋਂ ਤੁਸੀਂ ਪੜ੍ਹਾਈ ਕਰਦੇ ਹੋ, ਇੱਕ ਤਾਂ ਤੁਹਾਨੂੰ ਪ੍ਰੈਕਟੀਕਲ ਸਿਖਾਇਆ ਜਾਂਦਾ ਹੈ ਨਾ। ਚਲੋ ਪ੍ਰੈਕਟੀਕਲ ਸਿੱਖਣਾ ਤਾਂ ਫਿਰ ਵੀ ਮੈਂ ਕਹਿੰਦਾ ਸੌਖਾ ਆ ਕੰਪੇਅਰ ਟੂ ਜਿਹੜੀ ਮੀਡੀਆ ਥਿਊਰੀ ਆ, ਜੋ ਫਿਲਮ ਦੀ ਥਿਊਰੀ ਆ, ਹੈ ਨਾ, ਕ੍ਰੀਏਟਿਵਿਟੀ ਜਿਹੜੀ ਆ। ਸੋ ਇਹ ਡਾਇਰੈਕਟਰ ਬਣਨਾ ਸਿਰਫ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਦੱਸਿਆ ਕਿ ਹਾਂਜੀ ਆਹ ਸ਼ਾਟ ਇੱਥੋਂ ਲੈ ਲਓ, ਆਹ ਲੈਂਸ ਲਾ ਲਓ, ਜਾਂ ਆਹ ਕਰ ਲਓ, ਜਾਂ ਹਾਂਜੀ ਤੂੰ ਇੱਥੇ ਖੜ ਜਾ। ਉਹ ਡਾਇਰੈਕਸ਼ਨ ਨਹੀਂ, ਮੈਂ ਨਹੀਂ ਮੰਨਦਾ ਕਿ ਉਹ ਡਾਇਰੈਕਸ਼ਨ ਹੈ ਨਾ ਹੈਗੀ ਆ। ਹੁਣ ਜਿੱਦਾਂ ਤੁਸੀਂ ਮੰਨ ਲਓ ਤੁਸੀਂ ਡਾਕਟਰ ਬਣਨਾ ਜਾਂ ਸਰਜਨ ਬਣਨਾ, ਤੁਸੀਂ ਕਿਸੇ ਨੂੰ ਦੇਖ ਕੇ ਥੋੜ੍ਹੀ ਉਹ ਬਣ ਜਾਓਗੇ, ਹੈ ਨਾ। ਤੁਹਾਨੂੰ ਸਿੱਖਣਾ ਪੈਣਾ ਉਹਦੇ ਪਿੱਛੇ ਸਾਇੰਸ ਕੀ ਆ, ਇੱਕ ਫਿਲਮ ਦਾ ਜੋ ਥਿਊਰੀ ਐਂਡ ਸਾਇੰਸ, ਉਹ ਸਿੱਖ ਕੇ ਤੁਸੀਂ ਅੱਗੇ ਆਓਗੇ ਅਤੇ ਤੁਹਾਡਾ ਫਾਇਦਾ ਹੋਊਗਾ। ਸੋ ਜ਼ਰੂਰ ਮੈਂ ਕਹੂੰਗਾ ਕਿ ਇੱਥੇ ਹੈਗੇ ਕਾਲਜਿਸ, ਸਕੂਲਸ, ਫਿਲਮ ਸਕੂਲਸ, ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਜਾ ਕੇ ਪ੍ਰੋਪਰਲੀ ਸਿੱਖੋ ਕੋਈ ਵੀ ਕੰਮ, ਭਾਵੇਂ ਸਿੰਗਿੰਗ ਹੋਵੇ ਜਾਂ ਹੋਰ ਕੋਈ ਵੀ ਪ੍ਰੋਫੈਸ਼ਨ ਹੋਵੇ, ਹੈ ਨਾ। ਹਾਂਜੀ। ਡਾਇਰੈਕਟਰ ਨੂੰ ਕਹਿੰਦੇ ਨੇ ਵੀ ਕਹਿੰਦੇ ਇੱਕ ਐਕਟਰ ਵੀ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਲੋੜ ਪੈ ਜਾਂਦੀ ਹੈ, ਕਈ ਐਕਟਰ ਨੂੰ ਨਹੀਂ ਪਤਾ ਲੱਗਦਾ ਵੀ ਇਮੋਸ਼ਨਸ ਉੱਥੇ ਕੀ ਦਿਖਾਉਣੇ ਨੇ ਉਸ ਸੀਨ 'ਤੇ, ਵੀ ਜ਼ਰੂਰੀ ਹੈ ਕਿ ਵੀ ਇੱਕ ਡਾਇਰੈਕਟਰ ਨੂੰ ਵੀ ਇਮੋਸ਼ਨਸ ਵੀ ਦਿਖਾਉਣੇ, ਉਹਦੇ ਅੰਦਰ ਵੀ ਉਹ ਫੀਲਿੰਗਸ ਐਕਸਪ੍ਰੈਸ ਕਰਨ ਦਾ ਵੇ ਹੋਣਾ ਚਾਹੀਦਾ ਹੈ। ਮੇਰੇ ਲਈ ਮੈਂ ਤਾਂ ਜ਼ਰੂਰੀ ਹੀ ਸਮਝਦਾ। ਬਾਕੀ ਤੁਸੀਂ ਡਿਪਸ ਭਾਜੀ ਨੂੰ ਪੁੱਛ ਸਕਦੇ ਹੋ ਕਿ ਮੈਂ ਕੋਸ਼ਿਸ਼ ਕੀਤੀ ਸੀ ਕਿ ਆਪਣੇ ਵੱਲੋਂ ਵੀ ਥੋੜ੍ਹਾ ਕਰਕੇ ਦਿਖਾਵਾਂ ਕਿ ਟੋਨ ਕਿਹੋ ਜਿਹੀ ਮੈਨੂੰ ਚਾਹੀਦੀ ਹੈ, ਜਾਂ ਐਕਸਪ੍ਰੈਸ਼ਨਸ ਕਿਹੋ ਜਿਹੇ ਚਾਹੀਦੇ ਆ, ਨਾ ਕਿ ਸਿਰਫ ਐਕਟਿੰਗ। ਹੁਣ ਸਾਡੇ ਫਿਲਮ ਅਗੇਨ ਜਿਹੜਾ ਤੁਸੀਂ ਪਹਿਲਾਂ ਵੀ ਕੁਐਸਚਨ ਪੁੱਛਿਆ ਸੀ, ਉਹਨੂੰ ਵੀ ਥੋੜ੍ਹਾ ਐਕਸਪੈਂਡ ਕਰਕੇ ਕਿ ਜਦੋਂ ਤੁਸੀਂ ਕੰਮ ਸਿੱਖਦੇ ਹੋ, ਤੁਸੀਂ ਸਿਰਫ ਆਪਣਾ ਕੰਮ ਨਹੀਂ ਸਿੱਖਦੇ, ਤੁਸੀਂ ਸਿਰਫ ਡਾਇਰੈਕਸ਼ਨ ਨਹੀਂ ਸਿੱਖਦੇ। ਮੀਨਸ ਜਿੰਨੇ ਮਿਊਜ਼ਿਕ ਵੀਡੀਓਜ਼ ਵਗੈਰਾ ਵੀ ਮੈਂ ਹੁਣ ਤੱਕ ਕੀਤੇ ਆ, ਮੈਂ ਖੁਦ ਹੀ DOP ਰਿਹਾ, ਖੁਦ ਹੀ ਐਡੀਟਿੰਗ, ਈਵਨ ਮੇਕਅਪ ਆਰਟਿਸਟ ਨੂੰ ਵੀ ਥੋੜ੍ਹਾ ਸਮਝਾਉਣਾ ਕਿ ਕਿਵੇਂ ਸਾਰਾ ਕੁਛ ਸੈੱਟ ਕਰਨਾ, ਕਾਸਟਿਊਮਸ, ਲੋਕੇਸ਼ਨ, ਸਾਰਾ ਕੁਛ। ਸੋ ਇੱਕ ਫਿਲਮ ਸਕੂਲ ਜਿਹੜਾ ਇੰਸਟੀਟਿਊਸ਼ਨ ਹੁੰਦਾ, ਤੁਹਾਨੂੰ ਸਾਰੀਆਂ ਚੀਜ਼ਾਂ ਸਿਖਾਉਂਦਾ ਕਿ ਜੇ ਤੁਸੀਂ ਕਿਸੇ ਨੂੰ ਦੱਸਣਾ ਵੀ ਹੈ ਤਾਂ ਤੁਹਾਨੂੰ ਆਪ ਵੀ ਥੋੜ੍ਹੀ ਬਹੁਤੀ ਉਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਸੋ ਜਿਹੜਾ ਤੁਸੀਂ ਐਕਟਿੰਗ ਦਾ ਕਹਿ ਰਹੇ ਹੋ ਸੀ ਕਿ ਚਲੋ ਥੋੜ੍ਹੀ ਬਹੁਤੀ ਤਾਂ ਕੋਸ਼ਿਸ਼ ਕੀਤੀ ਜਿੰਨੀ ਸਾਨੂੰ ਆਉਂਦੀ ਹੈ ਕਿ ਪ੍ਰੋਪਰਲੀ ਐਕਸਪਲੇਨ ਕੀਤਾ ਜਾਵੇ। ਅੱਛਾ ਡਿਪਸ ਵੀਰੇ, ਕੀ ਡਿਫਰੈਂਸ ਹੈ? ਮੈਂ ਤੁਹਾਡੇ ਤੋਂ ਵੀ ਪੁੱਛੂੰਗਾ ਕਿਉਂਕਿ ਡਿਫਰੈਂਸ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਬਹੁਤ ਆਪਣਾ ਮੀਡੀਆ ਜਿਹੜਾ ਹੈ, ਆਪਣਾ ਜਿਹੜਾ ਇੰਡਸਟਰੀ ਹੈ ਨਾ, ਉਹ ਅਕਸਰ ਜਿਹੜਾ ਕੰਪੈਰੀਜ਼ਨ ਹੈ ਬਾਹਰਲਿਆਂ ਨਾਲ ਕਰਦੇ ਨੇ, ਵੀ ਬਾਹਰ ਜਾਣ ਦੇ ਬਹੁਤ ਕਾਲੇ ਹੁੰਦੇ ਨੇ ਜਾਂ ਬਾਹਰਲੀ ਚੀਜ਼ਾਂ ਨੂੰ ਅਪਣਾਉਂਦੇ ਨੇ, ਵੈਸਟਰਨ ਕਲਚਰ ਨੂੰ ਅਪਣਾਉਣ ਦੀ ਕੋਸ਼ਿਸ਼ ਪੰਜਾਬ ਸ਼ੁਰੂ ਤੋਂ ਕਰਦਾ ਰਿਹਾ ਹੈ, ਕਰਨ ਦੇ ਵਿੱਚ ਕਾਮਯਾਬ ਵੀ ਹੋਇਆ। ਹੁਣ ਇੰਡਸਟਰੀ ਦੇ ਵਿੱਚ, ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ ਦੇ ਵਿੱਚ ਵੀ ਇਸ ਚੀਜ਼ ਨੂੰ ਅਪਣਾ ਰਿਹਾ ਹੈ, ਚਲੋ ਕਿਸੇ ਹੱਦ ਤੱਕ ਕਾਮਯਾਬ ਹੋ ਵੀ ਰਿਹਾ, ਇਨ ਪ੍ਰੋਸੈਸ ਹੈ ਕੰਮ। ਸਵਾਲ ਮੇਰਾ ਇਹ ਹੋਊਗਾ ਵੀ ਐਕਟਿੰਗ ਦੇ ਵਿੱਚ ਕੀ ਲੱਗਦਾ ਵੀ ਕਿੰਨੀ ਕੁ ਘਾਟ ਹਜੇ ਵੀ ਪੰਜਾਬੀ ਸਿਨੇਮਾ ਦੇ ਵਿੱਚ ਹੈਗੀ ਆ ਜਾਂ ਪੂਰੀ ਕੀਤੀ ਜਾ ਸਕਦੀ ਹੈ? ਹਾਲੀਵੁੱਡ ਸਿਨੇਮਾ ਦੀ ਗੱਲ ਕਰੀਏ ਜੀ। ਇਹ ਜਿਵੇਂ ਕਰੈਕਟ, ਸਭ ਤੋਂ ਪਹਿਲੀ ਗੱਲ, ਜਿਵੇਂ ਮੈਂ ਮੈਥਡ ਐਕਟਰ ਹਾਂ। ਮੈਥਡ ਐਕਟਰ ਦਾ ਮਤਲਬ ਕਿ ਤੁਸੀਂ ਐਕਟਿੰਗ ਦੇ ਵਿੱਚ ਕਰੈਕਟਰ 'ਚ ਕੁਛ ਜਾਣਾ, ਤੁਸੀਂ ਯੂ ਆਰ ਨੋਟ ਯੋਰਸੈਲਫ। ਮੈਂ ਡਿਪਸ ਨਹੀਂ ਹਾਂ, ਮੈਂ ਗੁਰੀ ਹਾਂ, ਜੇ ਮੈਂ ਗੁਰੀ ਪਲੇ ਕਰ ਰਿਹਾ, ਇਹ ਸਾਨੂੰ ਸਿਖਾਇਆ ਗਿਆ। ਅਤੇ ਦੂਸਰੀ ਗੱਲ ਹੁੰਦੀ ਹੈ ਕਿ ਓਬਜ਼ਰਵੇਸ਼ਨ, ਤੁਸੀਂ ਅਗਲੇ ਬੰਦੇ ਨੂੰ ਓਬਜ਼ਰਵ ਕਰੋ। ਅਤੇ ਜਦੋਂ ਅਸੀਂ ਐਕਟਿੰਗ ਸਿੱਖਦੇ ਹਾਂ ਉਦੋਂ ਸਾਨੂੰ ਕਈ ਵਾਰ ਕਹਿ ਦਿੰਦੇ ਕਿ ਤੁਸੀਂ ਸਟੇਸ਼ਨ 'ਤੇ ਬਹਿਣਾ 5 ਘੰਟੇ, ਅਲੱਗ ਅਲੱਗ ਬੰਦੇ ਨੂੰ ਓਬਜ਼ਰਵ ਕਰਨਾ, ਉਹ 'ਚੋਂ ਕਰੈਕਟਰਸ ਦੇਖਣੇ ਆ। ਫਿਰ ਤੁਸੀਂ ਜੇ ਕਿਸੇ ਪਾਰਕ 'ਚ ਬੈਠੇ ਹੋ, ਉਹ 'ਚੋਂ ਕਰੈਕਟਰਸ ਦੇਖਣੇ ਆ। ਫਿਰ ਤੁਸੀਂ ਉਹਨਾਂ ਨੂੰ ਜਾ ਕੇ ਘਰ ਪ੍ਰੈਕਟਿਸ ਕਰਨਾ ਕਿ ਮੈਂ ਅੱਜ ਉਹਦੇ ਵਰਗਾ ਲੱਗਣਾ, ਜਾਂ ਅੱਜ ਉਹ ਕਰੈਕਟਰ ਡਿਫਰੈਂਟ ਸੀ, ਮੈਂ ਉਹਦੇ ਵਰਗਾ ਲੱਗਣਾ। ਦਿਸ ਇਜ਼ ਯੋਰ ਓਨ ਪ੍ਰੈਕਟਿਸ। ਅਤੇ ਜਿਵੇਂ ਸੰਨੀ ਭਾਜੀ ਦਾ ਇੱਦਾਂ ਕਿ ਹੀ ਇਜ਼ ਅ ਸਕ੍ਰਿਪਟ ਰਾਈਟਰ, ਡਾਇਰੈਕਟਰ, ਐਂਡ ਯੂ ਨੋ ਈਵਨ ਹੀ ਇਜ਼ ਗੋਇੰਗ ਟੂ ਐਡਿਟ ਦ ਫਿਲਮ। ਇਹ ਸਾਰੇ ਚੀਜ਼ਾਂ ਤਾਂ ਮਿਲਦੀਆਂ ਕਿਉਂਕਿ ਇਹਨਾਂ ਨੇ ਹੀ ਸਟ੍ਰੇਨਡ ਹਿਮਸੈਲਫ। ਅਤੇ ਐਕਟਿੰਗ ਬਾਰੇ ਮੈਂ ਇਹ ਕਹਾਂਗਾ ਕਿ ਜਿਹੜਾ ਐਕਟਰ ਹੁੰਦਾ ਨਾ, ਹੀ ਇਜ਼ ਹਿਜ਼ ਡਾਇਰੈਕਟਰਸ ਐਕਟਰ। ਜੇ ਤੁਸੀਂ ਸਕਸੈਸਫੁਲ ਹੋਣਾ ਹੈ, ਆਈ ਬਿਲੀਵ ਕਿ ਜਿੱਦਾਂ ਦੇ ਡਾਇਰੈਕਟਰ ਨਾਲ ਤੁਸੀਂ ਕੰਮ ਕਰ ਰਹੇ ਹੋ, ਉਹਦੀ ਇੱਕ ਵਿਜ਼ਨ ਹੈ। ਵੈਨ ਹੀ ਸਟਾਰਟਿਡ ਰਾਈਟਿੰਗ, ਵੈਨ ਹੀ ਸਟਾਰਟਿਡ ਡਾਇਰੈਕਟਿੰਗ, ਹੀ ਕੇਮ ਵਿਦ ਦ ਵਿਜ਼ਨ। ਅਤੇ ਜੇ ਮੈਂ ਉੱਥੇ ਆਪਣੀਆਂ ਚਲਾਵਾਂਗਾ ਕਿ ਨਹੀਂ ਮੈਂ ਡਿਪਸ ਹਾਂ ਅਤੇ ਮੈਂ ਇੱਦਾਂ ਕਰਨਾ, ਮੈਂ ਉੱਦਾਂ ਨਹੀਂ, ਦੈਨ ਆਈ ਐਮ ਨੋਟ ਐਨ ਐਕਟਰ। ਮੈਂ ਇਹਦੀ ਵਿਜ਼ਨ ਨੂੰ ਕੰਪਲੀਟ ਕਰਨਾ ਹੈ ਜੋ ਭਾਜੀ ਵਿਜ਼ਨ ਲੈ ਕੇ ਆਏ ਹੈ। ਅਤੇ ਫਿਰ ਇਹ ਤਾਂ ਕਰਕੇ ਮੈਂ ਕਹਿੰਦਾ ਇੱਕ ਡਾਇਰੈਕਟਰ, ਯੈਸ ਹੀ ਇਜ਼ ਅ ਵੈਰੀ ਗੁੱਡ ਐਕਟਰ, ਬਟ ਹੀ ਐਕਸਪਲੇਨਸ ਸਿਚੁਏਸ਼ਨ ਇਨ ਅ ਵੇ ਕਿ ਹਾਂ ਵੀ ਉਸ ਚੀਜ਼ ਦਾ ਬੈਕਗਰਾਊਂਡ ਰਿਲੇਟ ਕਰਦੇ ਚੀਜ਼ਾਂ ਨੂੰ, ਕਿ ਤੂੰ ਉੱਥੋਂ ਤੁਰਿਆ ਸੀ, ਉਹ ਤੇਰਾ ਇਮੋਸ਼ਨ ਸੀ, ਹੁਣ ਤੂੰ ਇੱਥੇ ਪਹੁੰਚਿਆ। ਇਨ ਐਵਰੀ ਸੀਨ ਹੀ ਇਜ਼ ਡਨ ਦੈਟ। ਇਹ ਕਿਉਂ? ਕਿਉਂਕਿ ਹੀ ਇਜ਼ ਗੋਟ ਦ ਵਿਜ਼ਨ ਇਨ ਸਟੋਰੀ ਲਿਖੀ ਹੈ। ਸੋ ਦਿਸ ਇਜ਼ ਦ ਡਿਫਰੈਂਸ। ਇੱਥੇ ਜੇ ਕੋਈ ਸਕ੍ਰਿਪਟ ਰਾਈਟਰ ਵੱਖਰਾ ਹੁੰਦਾ, ਉਹ ਅਲੱਗ ਤਰੀਕੇ ਨਾਲ ਲਿਖਦਾ ਹੈ, ਡਾਇਰੈਕਟਰ ਆਪਣੀ ਸੋਚ ਨਾਲ ਚੱਲਦਾ, ਬਾਅਦ 'ਚ ਐਡੀਟਰ ਉਹਨੂੰ ਜੋੜ ਤੋੜ ਕੇ ਬਣਾ ਦਿੰਦਾ। ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੇ ਵੀਰ ਐਕਟਿੰਗ ਕਰਨਾ ਚਾਹੁੰਦੇ ਆ, ਆਪਣੇ ਆਪ ਨੂੰ ਟ੍ਰੇਨ ਕਰੋ। ਹੁਣ
ਇਦਾਂ ਲੱਗੇਗਾ ਕਿ ਹਾਂ ਵੀ ਡਿਪਸ ਨੂੰ ਫਿਲਮ ਮਿਲ ਗਈ, ਇੱਥੇ ਆ ਕੇ ਬਹਿ ਗਿਆ, ਪਰ ਇਹਦੇ ਪਿੱਛੇ ਦੀ ਸਟਰਗਲ ਇਹ ਕਿਸੇ ਨੇ ਨਹੀਂ ਦੇਖੀ। ਕਿ ਮੈਂ 20 ਸਾਲ ਤੋਂ ਪਿਛਲੇ ਜਦੋਂ ਤੋਂ ਆਪਣਾ ਸਕੂਲਿੰਗ ਖਤਮ ਹੋਈ ਹੈ, ਜਦੋਂ ਤੋਂ ਮੈਂ ਅੰਮ੍ਰਿਤਸਰ ਯੂਨੀਵਰਸਿਟੀ ਚ ਆਇਆ, ਆਈ ਵਾਸ ਆਲਵੇਸ ਡੂਇੰਗ ਥੀਏਟਰ। ਫਿਰ ਪਦਮਨੀ ਕੋਲਾਪੁਰੀ ਸਕੂਲ ਆਫ ਐਕਟਿੰਗ ਚੋਂ NST ਦੇ ਨਿਖਿਲ ਰਾਜ ਸਰ, ਉਹਨਾਂ ਨਾਲ ਅਸੀਂ ਆਲ ਓਵਰ ਇੰਡੀਆ ਪਲੇ ਕਰਦੇ ਰਹੇ, ਜਿਹੜੇ ਮਨੋਜ ਵਾਜਪਾਈ ਉਹਨਾਂ ਦੇ ਕਲਾਸਮੇਟਸ ਰਹਿ ਚੁੱਕੇ ਹੈ। ਉਹਦੇ ਬਾਅਦ ਇੰਗਲੈਂਡ ਪਹੁੰਚ ਕੇ ਵੀ ਥੀਏਟਰ ਦੇ ਨਾਲ ਜੁੜੇ ਰਹੇ, ਆਪਣੀ ਕਲਾ ਨੂੰ ਨਿਖਾਰਦੇ ਰਹੇ। ਇਹ ਹੈ ਕਿ ਜੇ ਤੁਸੀਂ ਕੁਝ ਕਰਨਾ, ਗੁਰੂ ਮਹਾਰਾਜ ਤੇ ਭਰੋਸਾ ਰੱਖੋ, ਆਪਣੀ ਮਿਹਨਤ ਹਮੇਸ਼ਾ ਕਰਦੇ ਰਹੋ, ਤੇ ਤੁਹਾਡੇ ਆਪੇ ਗੁਰੂ ਮਹਾਰਾਜ ਐਸੀ ਸਿਚੁਏਸ਼ਨ ਬਣਾ ਦੇਗਾ। ਅਸੀਂ ਹੋਰ ਕਿਸੇ ਫਿਲਮ ਵਾਸਤੇ ਗੱਲਬਾਤ ਕਰ ਰਹੇ ਸੀ, ਮਿਲੇ ਸੀ, ਹੋਰ ਅਸੀਂ ਹਾਲੀਵੁੱਡ ਫਿਲਮ ਬਣਾਉਣੀ ਸੀ। ਜਿਹੜੇ ਬੱਚੇ ਇੱਥੋਂ ਜਾਂਦੇ ਆ ਟਰੈਪ ਲਾਈਫ, ਤੇ ਉਹਨਾਂ ਦੇ ਅੱਗੇ ਲਾਈਫ 'ਚ ਕੀ ਹੁੰਦਾ, ਕਿੱਦਾਂ ਸਕਸੈਸਫੁਲ ਹੁੰਦੇ, ਜਿਹੜੇ ਨਹੀਂ ਹੁੰਦੇ ਸਕਸੈਸਫੁਲ ਲੋਕ, ਅਸੀਂ ਉਹਦੇ ਬਾਰੇ ਗੱਲ ਕਰ ਰਹੇ ਸੀ। ਪਰ ਜਦੋਂ ਇਹ ਪ੍ਰੋਡਿਊਸਰ ਸਰਵਿੰਦਰ ਲਾਲੀ ਜੀ, ਉਹ ਹੀ ਇਜ਼ ਅ ਇੰਟਰਨੈਸ਼ਨਲ ਹਾਕੀ ਪਲੇਅਰ ਫਰੋਮ ਕੇਨੀਆ 'ਚ ਉਹਨਾਂ ਦੀ ਫੈਮਿਲੀ ਗਈ, ਤਾਂ ਵੀ ਕਿੰਨਾ ਰੂਟਸ ਦੇ ਨਾਲ ਜੁੜੇ, ਉਹਨਾਂ ਦੇ ਦਰਦ ਸੀ। ਉਹਨਾਂ ਨੇ ਕਿਹਾ ਸਨੀ, ਆਈ ਵਾਂਟ ਟੂ ਮੇਕ ਅ ਡਾਕੂਮੈਂਟਰੀ ਔਨ ਦਿਸ, ਔਨ ਫਾਰਮਰਸ ਪ੍ਰੋਟੈਸਟ। ਪਹਿਲਾਂ ਡਾਕੂਮੈਂਟਰੀ ਦਾ ਪਲਾਨ ਸੀ। ਤੇ ਸਨੀ ਭਾਜੀ ਨੇ ਕਿਹਾ ਨੋ, ਯੂ ਨੋ ਲਾਈਕ ਡਾਕੂਮੈਂਟਰੀ ਆਏਗੀ, ਕਿੰਨੀਆਂ ਬਣ ਗਈਆਂ, ਚਲੇ ਜਾਣੀਆਂ। ਵੀ ਵਾਂਟ ਟੂ ਲੀਵ ਸਮਥਿੰਗ ਜਿਹਦੇ 'ਚ ਕਲਚਰ ਸਮਝਣ, ਲੋਕੀ ਸਮਝਣ ਕੀ ਦਰਦ ਹੈ ਪਿੰਡ ਦੇ ਮੁੰਡੇ ਤੋਂ ਲੈ ਕੇ ਜਦੋਂ ਦੀ ਉਹਦੀ ਲਾਈਫ ਸ਼ੁਰੂ ਹੁੰਦੀ ਹੈ, ਤੇ ਜਦੋਂ ਤੱਕ ਇਹ ਪ੍ਰੋਟੈਸਟ ਕਿਉਂ ਹੋ ਰਹੇ ਹੈ, ਕਿਉਂ ਲੋਕੀ ਸੋਚ ਰਹੇ ਕਿ ਜੱਟਾਂ ਦੇ ਮੁੰਡੇ ਜਾਂ ਸਰਦਾਰਾਂ ਦੇ ਬੱਚੇ ਪੜ੍ਹੇ ਲਿਖੇ ਨਹੀਂ ਹੋ ਸਕਦੇ ਤੇ ਮਜ਼ਦੂਰ ਹੈ। ਇਸ ਤਰ੍ਹਾਂ ਦੀ ਸੋਚ ਕਿਉਂ ਹੈ? ਜੇ ਤੁਸੀਂ ਬੰਬੇ ਵੀ ਚਲੇ ਜਾਓ, ਉਹਨਾਂ ਨੂੰ ਇਸ ਤਰ੍ਹਾਂ ਦੀ ਸੋਚ ਤੁਹਾਡੇ ਪ੍ਰਤੀ ਰੱਖਦੇ ਆ ਕਿ ਦੇ ਆਰ ਅਨਐਜੂਕੇਟਡ ਪੀਪਲ। ਨੋ, ਵੀ ਆਰ ਨਾਟ। ਅਸੀਂ ਜੇ ਫੋਰਨ ਜਾਂਦੇ ਆ, ਵੀ ਬਿਕਮ ਸਕਸੈਸਫੁਲ, ਚਾਹੇ ਹਾਰਡ ਵਰਕ ਦੇ ਨਾਲ ਹੈ। ਹੁਣ ਅੱਛੀਆਂ ਪੋਸਟਾਂ 'ਚ ਸਾਡੇ ਉੱਥੇ ਵੀ ਜਾ ਕੇ ਸਾਰੇ ਪੰਜਾਬੀ ਮਤਲਬ ਕਿ ਕਾਮਯਾਬੀ ਪਾ ਰਹੇ ਹੈ। ਤੇ ਮੈਂ ਇਹ ਕਹਾਂਗਾ ਕਿ ਜਿਵੇਂ ਐਕਟਿੰਗ ਨੂੰ ਨਿਖਾਰੋ ਤੇ ਗੁਰੂ ਮਹਾਰਾਜ ਤੇ ਭਰੋਸਾ ਰੱਖੋ, ਤੇ ਮਹਾਰਾਜ ਸਾਰਿਆਂ ਨੂੰ ਦਿੰਦਾ, ਹਰ ਇੱਕ ਦਾ ਟਾਈਮ ਵੱਖਰਾ ਹੁੰਦਾ ਹੈ। ਤੁਸੀਂ ਕਿਸੇ ਡਿਫਰੈਂਟ, ਤੁਸੀਂ ਸਿੰਗਰ ਬਣ ਕੇ ਆ ਸਕਦੇ ਹੋ, ਪਰ ਜੇ ਮੈਂ ਐਕਟਰ ਹਾਂ ਤੇ ਮੈਂ ਐਕਟਿੰਗ ਦੇ ਨਾਲ ਆਉਣਾ ਚਾਹਾਂਗਾ, ਮੈਂ ਸਿੰਗਰ ਬਣ ਕੇ ਨਹੀਂ ਆਉਣਾ ਚਾਹਾਂਗਾ। ਤੇ ਜੇ ਸਿੰਗਰ ਹੈ ਐਂਡ ਹੀ ਕੈਨ ਐਕਟ, ਉਹ ਤੇ ਵੈਰੀ ਗੁੱਡ ਪੁਆਇੰਟ। ਫਿਰ ਉਹਨਾਂ ਨੂੰ ਲਓ, ਤੁਸੀਂ ਉਹਨਾਂ ਤੇ ਪੈਸਾ ਲਾਓ, ਉਹਨਾਂ ਨੂੰ ਕਾਮਯਾਬ ਕਰੋ, ਹਨਾ, ਕਲਾ ਨੂੰ ਨਿਖਾਰ ਕੇ ਆਓ, ਮੇਨ ਚੀਜ਼। ਸਨੀ ਵੀਰ, ਤੁਹਾਨੂੰ ਸਵਾਲ ਜ਼ਰੂਰ ਹੋ, ਕਿਉਂਕਿ ਉੱਥੇ ਜਿਹੜੇ ਪ੍ਰੋਪਸ ਤੁਸੀਂ ਕੋਈ ਵੀ ਸੈੱਟ ਨਹੀਂ ਲੱਗਿਆ ਸੀਗਾ, ਸਾਰਾ ਰੀਅਲ ਸੈੱਟ ਯੂਜ਼ ਕੀਤਾ ਹੈ। ਰੀਅਲ ਸਟੇਜ, ਮੇਨ ਸਟੇਜ 'ਤੇ ਤੁਸੀਂ ਉੱਥੇ ਪਰਫਾਰਮ ਕੀਤਾ, ਸਾਰੀ ਪਰਫਾਰਮੈਂਸ ਜਿਹੜੀਆਂ ਨੇ ਉੱਥੇ ਹੋਈਆਂ ਨੇ। ਕੀ ਮੈਂ ਸੋਚ ਸਕਦਾ ਵੀ ਇਸ ਮੂਵੀ ਦੇ ਵਿੱਚ ਕੋਈ ਕਿਸਾਨੀ ਆਗੂ ਦਾ ਵੀ ਬਿਆਨ ਆ ਰਹੇ ਹੋਣ, ਕੋਈ ਕਿਸਾਨ ਆਗੂ ਦਾ ਵੀ ਮਤਲਬ ਕਿ ਇਸ ਚੀਜ਼ ਦੇ ਵਿੱਚ ਪਾਰਟ ਲਿਆ ਹੋਵੇ, ਜੋ ਕਿਸਾਨੀ ਘੋਲ ਦੇ ਵਿੱਚ ਸ਼ਾਮਿਲ ਨੇ? ਬਿਲਕੁਲ ਕਿਉਂਕਿ ਜਿਵੇਂ ਇਹਨਾਂ ਦਾ ਕੈਰੈਕਟਰ ਹੈਗਾ, ਜਦੋਂ ਉੱਥੇ ਪਹੁੰਚਦਾ ਧਰਨੇ ਤੇ ਕੁਝ ਕਿਸਾਨ ਵੀਰਾਂ ਨਾਲ ਤੇ ਮਾਤਾਵਾਂ ਨਾਲ ਗੱਲਾਂ ਬਾਤਾਂ ਕਰਦੇ ਨੇ, ਬਿਆਨ ਲੈਂਦੇ ਨੇ। ਉਹ ਜਿਹੜੇ ਕਿਸਾਨ ਆਪਾਂ ਸ਼ੋਅ ਕੀਤੇ, ਉਹ ਬਿਲਕੁਲ ਜੈਨੂਇਨ, ਓਰੀਜਨਲ, ਉਹਨਾਂ ਦੇ ਆਪ ਦੇ ਜੋ ਵਿਚਾਰ ਹੈਗੇ, ਉਹ ਸਾਰਾ ਕੁਝ ਓਰੀਜਨਲ ਹੀ ਹੈ। ਜਿਹੜਾ ਸਾਡਾ ਕੈਰੈਕਟਰ ਹੈਗਾ ਫਿਲਮ ਦਾ, ਜੋ ਹੋਰ ਵੀ ਜਿਹੜੇ ਕੈਰੈਕਟਰਸ ਆ, ਅਸੀਂ ਸਿਰਫ ਬਣਾਈ ਹੋਈ ਗੱਲ, ਮੀਨਸ ਜੋ ਅੰਦਰਲੇ ਸੋਚ ਹੈ, ਜਿੱਥੇ ਮੈਂ ਆਪ ਲਿਖਿਆ, ਉਹ ਸਿਰਫ ਅਸੀਂ ਆਪਣੇ ਕੈਰੈਕਟਰਸ ਤੋਂ ਗੱਲਾਂ ਕਹਾਈਆਂ। ਪਰ ਜੋ ਉੱਥੇ ਦੇ ਕਿਸਾਨ ਹੈਗੇ, ਉਹਨਾਂ ਦੇ ਓਰੀਜਨਲ ਓਪੀਨੀਅਨਸ, ਜੋ ਉਹਨਾਂ ਦੀ ਐਕਚੁਅਲ 'ਚ ਸੋਚ ਹੈ, ਉਹ ਆਪਾਂ ਰੱਖੀ ਹੋਈ। ਬਾਕੀ ਸਾਨੂੰ ਕੁਝ ਵਧੀਆ ਕੈਰੈਕਟਰਸ ਵੀ ਮਿਲੇ ਆ ਐਕਟਿੰਗ ਬੇਸਿਸ 'ਤੇ, ਕਿ ਸਾਨੂੰ ਕੋਈ ਬੀਬੀ ਦੀ ਲੋੜ ਸੀ, ਜਾਂ ਕੋਈ ਸਟੇਜ ਮੈਨੇਜਰ ਦੀ ਲੋੜ ਸੀ। ਅਸੀਂ ਕੁਝ ਫਾਰਮਰਸ ਇੱਦਾਂ ਵੀ ਲੈ ਕੇ ਉਹ ਐਕਟਿੰਗ ਕਰ ਰਹੇ ਤੇ ਬੜੀ ਵਧੀਆ ਉਹਨਾਂ ਨੇ ਐਕਟਿੰਗ ਕੀਤੀ ਹੈ ਉੱਥੇ। ਹਾਂਜੀ ਮੀਨਸ ਅਸੀਂ ਉਹਨਾਂ ਨੂੰ ਕੈਰੈਕਟਰ ਦਿੱਤਾ, ਸਿਚੁਏਸ਼ਨ ਦਿੱਤੀ, ਡਾਇਲੌਗਸ ਵੀ ਦਿੱਤੇ, ਤੇ ਉਹਨਾਂ ਨੇ ਬੜਾ ਵਧੀਆ ਨਿਭਾਇਆ। ਹਾਂਜੀ, ਚਲੋ ਹੁਣ ਆਫ ਟੌਪਿਕ ਦੀ ਗੱਲ ਕਰਦੇ ਹਾਂ। ਫਿਰ ਵੀ ਇੱਕ ਬਹੁਤ ਲੰਬੇ ਅਰਸੇ ਬਾਅਦ, ਮੈਂ ਕਹਿ ਸਕਦਾ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਇੰਟਰੋਡਕਸ਼ਨ ਦਿੱਤੀ, ਕਿ ਬਹੁਤ ਲੰਬੇ ਟਾਈਮ ਬਾਅਦ ਇੱਕ ਐਸੀ ਮੂਵੀ ਆਉਣ ਵਾਲੀ ਹੈ ਵੀ ਕਹਿ ਸਕਦੇ ਹਾਂ ਕਿ ਹਾਂ ਵੀ ਇੱਕ ਮੂਵੀ ਆ ਰਹੀ ਹੈ, ਵੀ ਜਿਹਦੀ ਅਸੀਂ ਅਸਲ ਦੇ ਵਿੱਚ ਪ੍ਰਮੋਸ਼ਨ ਕਰ ਸਕਦੇ ਹਾਂ। ਕਿਉਂਕਿ ਮੀਡੀਆ ਪਰਸਨ ਅਕਸਰ ਕਲਾਕਾਰਾਂ ਨੂੰ ਅਸੀਂ ਇਹ ਸਵਾਲ ਕਰਦੇ ਰਹਿੰਦੇ ਹੁੰਦੇ ਸੀ, ਘੇਰ ਕੇ, ਕਿਉਂਕਿ ਮੀਡੀਆ ਦਾ ਕੰਮ ਸੀਗਾ ਸਵਾਲ ਪੁੱਛਣੇ। ਅਸੀਂ ਕਲਾਕਾਰਾਂ ਨੂੰ ਇਹੀ ਸਵਾਲ ਪੁੱਛ ਕਮਲੇ ਕੀਤਾ ਹੋਇਆ ਸੀਗਾ ਵੀ ਯਾਰ ਕਿਸਾਨੀ 'ਤੇ ਹੁਣ ਕਦੋਂ ਮੂਵੀ ਆਊਗੀ? ਵੀ ਤੁਸੀਂ ਬਹੁਤ ਖੜਕਾ ਦੜਕਾ ਕਰ ਲਿਆ, ਬਹੁਤ ਰੋਮਾਂਟਿਕ ਸੀਨਸ ਵੀ ਬਣਾ ਲਏ, ਬਹੁਤ ਕਾਮੇਡੀ ਕਰ ਲਈ, ਬਟ ਹੁਣ ਅਸਲ ਜਿਹੜੀ ਰੂਟਸ ਦੀ ਫਿਲਮ ਹੈ ਉਹ ਕਦੋਂ ਆਊਗੀ? ਤੇ ਹੁਣ ਤੁਸੀਂ ਆ ਰਹੀ ਹੈ, ਤੇ ਮੈਂ ਸ਼ਾਇਦ ਜੇ ਗਲਤ ਨਾ ਹੋਵਾਂ ਤਾਂ ਪਹਿਲੀ ਮੂਵੀ ਹੈ ਜਿਹੜੀ ਉੱਥੇ ਕਿਸਾਨੀ ਘੋਲ ਦੇ ਵਿੱਚ ਸ਼ੂਟ ਕੀਤੀ ਹੋਊਗੀ, ਹੋਰ ਕਿਸੇ ਨੂੰ ਪਰਮਿਸ਼ਨ ਵੀ ਨਹੀਂ ਮਿਲਿਆ, ਮੈਂ ਸੁਣਿਆ। ਹਾਂਜੀ, ਜਿੱਥੇ ਤੱਕ ਸਾਨੂੰ ਪਤਾ ਹੈ, ਫਰਸਟ ਇੰਟਰਨੈਸ਼ਨਲ ਫੀਚਰ ਲੈਂਥ ਮੂਵੀ ਹੈ ਜਿਹੜੀ ਐਕਚੁਅਲ ਉੱਥੇ ਅੰਦੋਲਨ 'ਤੇ ਹਾਂਜੀ ਰਹਿ ਕੇ ਸ਼ੂਟ ਹੋਈ। ਅਸੀਂ 16-17 ਦਿਨ ਉੱਥੇ ਰਹੇ, ਤੇ ਜਿਵੇਂ ਤੁਸੀਂ ਕਿਹਾ ਕਿ ਕੋਈ ਸੈੱਟ ਨਹੀਂ ਲਾਇਆ, ਤੇ ਈਵਨ ਪੂਰੀ ਪ੍ਰੋਡਕਸ਼ਨ ਨਾਲ ਗਏ ਸੀ। ਇਹ ਨਹੀਂ ਕਿ ਚਲੋ ਕੋਈ ਛੋਟਾ ਕੈਮਰਾ ਲੈ ਕੇ ਜਾਂ ਕੁਝ ਵੀ, ਪੂਰੀ ਪ੍ਰੋਡਕਸ਼ਨ, ਟਰੈਕ, ਟਰਾਲੀ ਜਿਪ ਵਗੈਰਾ ਜੋ ਸੀ ਜਿਵੇਂ ਸੈੱਟ 'ਤੇ ਵੀ ਕਰਾਂਗੇ, ਉਹ ਅਸੀਂ ਸਾਰਾ ਕੁਝ ਉੱਥੇ ਲੈ ਕੇ ਗਏ ਹਾਂ। ਹਾਂਜੀ, ਬਿਲਕੁਲ। ਅੱਛਾ ਵੀਰੇ, ਤੁਸੀਂ ਬਹੁਤ ਗਾਣੇ ਵੀ ਸ਼ੂਟ ਕੀਤੇ ਨੇ ਸਰਤਾਜ ਸਾਹਿਬ ਦੇ, ਉਡਾਰੀਆਂ, ਤੇਰੇ ਵਾਸਤੇ,
ਰਸੀਦ ਦਾ ਇੱਕ ਕਿੱਸਾ ਤੁਸੀਂ ਕੱਲ੍ਹ ਆਪਾਂ ਜਦ ਬੈਠੇ ਸੀ ਗੱਲ ਕਰ ਰਹੇ ਸੀ, ਰਸੀਦ ਦਾ ਕਿੱਸਾ ਦੱਸਿਆ ਸੀਗਾ ਵੀ ਅੱਜ ਕੱਲ੍ਹ ਜਿਵੇਂ ਪ੍ਰੋਪਰ ਪ੍ਰੋਡਕਸ਼ਨ ਟੀਮ ਲੈ ਕੇ ਬੰਦੇ ਪਹੁੰਚਦੇ ਨੇ। ਦਰਸ਼ਕਾਂ ਨੂੰ ਵੀ ਮੈਂ ਦੱਸ ਦੇਵਾਂ ਕਿ ਰਸੀਦ ਗਾਣਾ ਤੁਸੀਂ ਜ਼ਰੂਰ ਦੇਖਿਆ ਹੋਊਗਾ, ਬਾਕਮਾਲ ਸੌਂਗ ਹੈ, ਬਾਕਮਾਲ ਜਿਹੜਾ ਇਹ ਵੀਡੀਓ ਬਣੀ ਹੋਈ ਹੈ ਉਹਦੀ। ਪਰ ਦਰਸ਼ਕ ਮੈਨੂੰ ਲੱਗਦਾ ਜਾਣ ਕੇ ਹੈਰਾਨ ਹੋਣਗੇ ਵੀ ਉਹਦੇ ਵਿੱਚ ਤੁਸੀਂ ਇੱਕ ਵਾਰ ਦੱਸ ਦਿਓ ਵੀ ਪ੍ਰੋਡਕਸ਼ਨ ਮੈਂਬਰ ਕਿੰਨੇ ਗਏ ਸੀ। ਪ੍ਰੋਡਕਸ਼ਨ ਮੈਂਬਰ ਇੱਕ ਮੈਂ ਖੁਦ ਸੀ, ਇਹ ਤੇ ਇੱਕ ਮੇਰਾ ਡਰਾਈਵਰ ਵੀਰ ਮੇਰਾ ਵਿਪਨ, ਤੇ ਸੋ ਮੈਂ ਉਹਦੇ ਵਿੱਚ ਇੱਦਾਂ ਸੀ ਕਿ ਖੁਦ ਹੀ ਕੈਮਰਾ ਆਪਰੇਟਰ, ਖੁਦ ਹੀ ਡਾਇਰੈਕਸ਼ਨ, ਲੋਕੇਸ਼ਨ, ਐਡੀਟਿੰਗ ਵਗੈਰਾ। ਆਪਾਂ ਇੱਕ ਗੱਡੀ 'ਚ 4 ਜਣੇ ਸੀ, ਇੱਕ ਸਰਤਾਜ ਭਾਜੀ ਖੁਦ ਸੀ, ਇੱਕ ਈਸ਼ਾ ਜਿਹੜੀ ਉਹ ਹੈਗੀ ਉਹ ਸੌਂਗ ਦੇ ਵਿੱਚ ਮਾਡਲ, ਤੇ ਇੱਕ ਮੈਂ ਤੇ ਇੱਕ ਜਿਵੇਂ ਕਿ ਵਿਪੁਲ ਮੇਰਾ ਡਰਾਈਵਰ, ਤੇ ਆਪਾਂ 4 ਜਣਿਆਂ ਨੇ ਉਹ ਘੁੰਮ ਫਿਰ ਕੇ ਉਹ ਵੀਡੀਓ ਬਣਾਈ। ਬਟ ਕਿਵੇਂ ਬਣੀ? ਪਲੈਨਿੰਗ ਦੇ ਨਾਲ। ਸੋ ਸਾਰੀ ਪਲੈਨਿੰਗ ਕਰਕੇ ਗਏ ਸੀ ਇੰਗਲੈਂਡ ਤੋਂ, ਸਾਰੀ ਲੋਕੇਸ਼ਨਾਂ, ਸਟੋਰੀ ਵਾਈਜ਼ ਕੀ ਆਪਾਂ ਨੂੰ ਕੁਛ ਚਾਹੀਦਾ। ਸੋ ਪਲੈਨਿੰਗ ਹੀ ਸਭ ਕੁਛ, ਜ਼ਰੂਰੀ ਨਹੀਂ ਕਿ ਤੁਹਾਡੇ ਕੋਲ 100 ਬੰਦੇ ਦਾ ਕਰੂ ਹੋਵੇ। ਸੋ ਆਪਾਂ 4 ਜਣੇ ਸੀ ਤੇ ਆਪਾਂ ਨਹੀਂ, ਇਹਦੇ ਵਿੱਚ ਸਵਾਲ ਮੈਂ ਜ਼ਰੂਰ ਪੁੱਛੂੰਗਾ ਕਿ ਕੀ ਭਰੋਸਾ ਨਹੀਂ ਸੀ ਬਾਕੀ DOPs ਤੇ ਵੀ ਸ਼ਾਇਦ ਉਹ ਇਸ ਚੀਜ਼ ਨੂੰ ਨਿਭਾ ਨਾ ਸਕਣ? ਨਹੀਂ, ਐਕਚੁਅਲੀ ਮੈਂ ਸ਼ੁਰੂ ਤੋਂ ਆਪ ਹੀ DOP ਕਰਦਾ ਆ ਰਿਹਾ, ਸਪੈਸ਼ਲੀ ਖਾਸ ਕਰਕੇ ਸੌਂਗਸ ਦੇ ਵਿੱਚ, ਕਿਉਂਕਿ ਬਾਅਦ ਜਦੋਂ ਆਪਾਂ ਸ਼ੂਟ ਕਰਦੇ ਹਾਂ ਅਸੀਂ ਕਰੂਜ਼ ਵੀ ਥੋੜ੍ਹੇ ਛੋਟੇ ਰੱਖਦੇ ਹਾਂ। ਸੋ ਪਹਿਲਾਂ ਤੋਂ ਵੀ ਆਦਤ ਹੈ, ਅਗੇਨ ਫਿਲਮ ਸਕੂਲਿੰਗ ਤੋਂ ਇਹ ਵੀ ਹੈ ਕਿ ਤੁਹਾਨੂੰ ਸਾਰਾ ਕੁਝ ਸਿਖਾਉਂਦੇ ਆ, ਬਟ ਪੈਸ਼ਨ ਹੋਣਾ ਚਾਹੀਦਾ ਹੈ ਨਾ। ਸੋ ਜੇ ਸਪੈਸ਼ਲੀ ਸੌਂਗਸ ਲਈ ਪਹਿਲਾਂ ਮੈਂ DOP ਨੂੰ ਸਮਝਾਊਂਗਾ, ਫਿਰ ਮੈਂ ਐਡੀਟਰ ਨੂੰ ਸਮਝਾਊਂਗਾ, ਫਿਰ ਉਹ ਫਿਰ ਜੇ ਤੁਸੀਂ ਖੁਦ ਹੀ ਸਭ ਕੁਝ ਕਰਦੇ ਪਏ ਹੋ ਤਾਂ ਥੋੜ੍ਹਾ ਈਜ਼ੀ ਹੈ। ਅਤੇ ਮੈਨੂੰ ਕਹਿ ਲਓ, ਪਤਾ ਨਹੀਂ ਫਲੋ ਕਹਿ ਲਓ ਜਾਂ ਕੀ ਹੈ, ਮੇਰੀ ਆਦਤ ਹੈ ਕਿ ਮੈਨੂੰ ਲੱਗਦਾ ਸਭ ਕੁਝ ਖੁਦ ਹੀ ਕਰਾਂ, ਹੈ ਨਾ, ਜਿੰਨਾ ਕੁ ਹੋ ਸਕਦਾ। ਹਾਂਜੀ ਹਾਂਜੀ, ਮੈਨ ਇਨ ਵਨ, ਮੈਂ ਕਹਿੰਦਾ 1 ਮੈਨ ਆਰਮੀ ਵਾਲਾ ਕੰਮ ਹੈ। ਜਦ ਪਹਿਲਾਂ ਵੀ ਦੱਸਣਾ ਦਰਸ਼ਕਾਂ ਨੂੰ ਕਿ ਇਸ ਮੂਵੀ ਦੇ ਵਿੱਚ ਵੀ ਬਾਈ ਹੁਣੀ ਹੀ ਜਿਹੜਾ ਆ ਐਡੀਟਿੰਗ ਕਰ ਰਹੇ ਨੇ, ਸਾਰਾ ਕੁਝ ਕਰਤਾ ਧਰਤਾ ਬਾਈ ਨੇ, ਸਾਰਾ ਕ੍ਰੀਏਸ਼ਨ ਜਿਹੜੀ ਇੱਕ ਕਹਾਣੀ ਲਿਖਤ ਹੈ, ਰਾਈਟਰ ਵੀ ਨੇ ਬਾਈ ਹੁਣੀ, ਡਾਇਰੈਕਟਰ ਵੀ ਨੇ, ਸਾਰਾ ਕੁਝ ਕਰ ਲੈਂਦੇ ਹੋ। ਸਵਾਲ ਹੁਣ ਇਹ ਵੀ ਹੈ, ਹੁਣ ਜਿਵੇਂ ਸਰਤਾਜ ਸਾਹਿਬ ਨਾਲ ਬਹੁਤ ਕੰਮ ਕੀਤਾ ਹੈ, ਮੈਂ ਸੋਚ ਸਕਦਾ ਵੀ ਕੀ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਮੂਵੀ ਵੀ ਸਰਤਾਜ ਸਾਹਿਬ ਨਾਲ ਪਲਾਨ ਕੀਤੀ ਹੋਵੇ। ਇੱਥੇ ਮੈਂ ਹਾਂ ਵੀ ਨਹੀਂ ਬੋਲ ਸਕਦਾ ਤੇ ਨਾ ਵੀ ਨਹੀਂ ਬੋਲ ਸਕਦਾ, ਸੋ ਆਉਣ ਵਾਲਾ ਟਾਈਮ ਦੱਸੂਗਾ। ਯਾ ਡਿਪਸ ਵੀਰੇ, ਤੁਹਾਨੂੰ ਸਵਾਲ ਜ਼ਰੂਰ ਹੋਊਗਾ ਵੀ ਤੁਸੀਂ ਉੱਥੇ ਕਾਫੀ ਟਾਈਮ ਬਤੀਤ ਕਰਕੇ ਆਏ ਹੋ, ਇੱਕ ਮੂਵੀ ਸ਼ੂਟ ਕਰ ਲਈ, ਕੀ ਲੱਗਦਾ ਵੀ ਵਾਪਸ ਹੁਣ ਕਿਸਾਨੀ ਧਰਨੇ ਦੇ ਵਿੱਚ ਜੇ ਤੁਹਾਨੂੰ ਬੁਲਾਉਣਗੇ ਤਾਂ ਜਾਓਗੇ? ਕੋਈ ਬਜ਼ੁਰਗ ਕਈ ਵਾਰ ਕਿਸੇ ਨਾਲ ਇਮੋਸ਼ਨਲੀ ਅਟੈਚ ਹੋ ਜਾਂਦਾ ਬੰਦਾ, ਰਹਿੰਦਾ ਆ, ਵਾਈਬਸ ਆ ਜਾਂਦੀਆਂ ਨੇ ਇੱਕ, ਕਿਉਂਕਿ ਆਪਾਂ ਨੂੰ ਮੈਂ ਤਾਂ ਕਹਿ ਸਕਦਾ ਵੀ ਆਪਣੇ ਦਾਦਿਆਂ ਦੀ ਉਮਰ ਦੇ, ਪੜਦਾਦਿਆਂ ਦੀ ਉਮਰ ਦੇ ਵੀ ਕਈ ਤਾਂ ਉੱਥੇ ਬੈਠੇ ਨੇ, ਆਪਾਂ ਨੂੰ ਬਹੁਤ ਚੰਗਾ ਲੱਗਦਾ ਹੈ। ਕਈ ਲੋਕ ਤੁਹਾਡੇ ਨਾਲ ਬਹੁਤ ਇਮੋਸ਼ਨਲੀ ਅਟੈਚ ਵੀ ਹੋਏ ਹੋਣਗੇ, ਤੁਸੀਂ ਵੀ ਹੋਏ ਹੋਵੋਗੇ। ਜੇ ਤੁਹਾਨੂੰ ਦੁਬਾਰਾ ਸ਼ਮੂਲੀਅਤ ਦਿੰਦੇ ਨੇ ਵੀ ਤੁਹਾਨੂੰ ਦੋਨਾਂ ਨੂੰ ਵੀ ਕਿ ਤੁਸੀਂ ਜਾਓ ਉੱਥੇ ਪਹੁੰਚੋ, ਤਾਂ ਤੁਸੀਂ ਪਹੁੰਚੋਗੇ? 100% ਜੀ, ਉਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਅਸੀਂ ਜ਼ਰੂਰ ਜਾਵਾਂਗੇ। ਪਰ ਮੈਂ ਜਿਵੇਂ ਇੱਕ ਬਜ਼ੁਰਗ ਹੈਗੇ ਸੀ ਜਿਨ੍ਹਾਂ ਦੀ ਛੰਨ ਬਿਲਕੁਲ ਸਾਡੀ ਛੰਨ ਦੇ ਨਾਲ ਸੀ, ਉਹ ਫਿਲਮ 'ਚ ਵੀ ਉਹਨਾਂ ਨੇ ਇੱਕ ਕਿਰਦਾਰ ਕੀਤਾ। ਅੱਛਾ। ਤੇ ਜਦੋਂ ਉਹਨਾਂ ਨਾਲ ਗੱਲਾਂ ਹੋਣੀਆਂ, ਇੰਨਾ ਕੁ ਜ਼ਿਆਦਾ ਇਮੋਸ਼ਨਲੀ ਅਟੈਚ ਹੋ ਗਏ ਸੀ ਕਿ ਅਸੀਂ ਜੇ ਉਹ 'ਚੋਂ ਉਸ ਜਗ੍ਹਾ ਤੋਂ 5 ਕਿਲੋਮੀਟਰ ਅੱਗੇ ਜਾਂ 7-10 ਕਿਲੋਮੀਟਰ ਉਹ ਬੰਦੇ ਨੇ ਰੋਜ਼ ਪਹੁੰਚਣਾ, ਉੱਥੇ ਆ ਕੇ ਮੈਨੂੰ ਜੱਫੀ ਪਾਣੀ, ਉਹਨੇ ਕਹਿਣਾ ਕਿ ਪੁੱਤਰਾ ਕੋਈ ਚੀਜ਼ ਦੀ ਲੋੜ ਹੈ ਦੱਸ ਮੈਨੂੰ। ਤੇ ਇਹ ਚੀਜ਼ਾਂ ਦੇਖ ਕੇ ਤੁਸੀਂ ਮਤਲਬ ਕਿ ਤੁਸੀਂ ਯੂ ਹੈਵ ਨੋ ਵਰਡਸ ਟੂ ਐਕਸਪ੍ਰੈਸ ਕਿ ਇੰਨਾ ਪਿਆਰ, ਕਿ ਕਿਹੜੇ ਕੋ ਟਾਈਮ ਹੈ ਇੰਨਾ, ਕਿ ਇੱਕ ਬਜ਼ੁਰਗ ਜਿਹੜੇ ਹੈ ਉਹਨਾਂ ਪਤਾ ਕਰ ਰਹੇ ਆ ਸਾਡੀ ਛੰਨ ਤੋਂ ਅੱਜ ਸ਼ੂਟਿੰਗ ਕਿੱਥੇ ਹੋ ਰਹੀ ਹੈ, ਉੱਥੇ ਪਹੁੰਚ ਰਹੇ ਆਪਣੇ ਟਾਈਮ, ਭਾਵੇਂ ਗਰਮੀ ਹੈ, 40 ਟੈਂਪਰੇਚਰ ਵੀ ਉੱਥੇ ਰਿਹਾ ਜਦੋਂ ਅਸੀਂ ਸ਼ੂਟ ਕੀਤਾ, ਤੇ ਉੱਥੇ ਪਹੁੰਚ ਕੇ ਬਸ ਇੰਨੀ ਗੱਲ ਪੁੱਛ ਰਹੇ, ਪੁੱਤਰਾ ਤੂੰ ਘਬਰਾਉਣਾ ਨਹੀਂ ਹੈ, ਤੇਰੇ ਨਾਲ ਖੜੇ ਜਿੱਦਾਂ ਮਰਜ਼ੀ, ਹੈ ਨਾ। ਤੇ ਇਹ ਗੱਲਾਂ, ਇਹ ਕਲਚਰ ਦੇਖ ਕੇ ਮਤਲਬ ਕਿ ਬਹੁਤ ਜ਼ਿਆਦਾ ਓਵਰਵੈਲਮਡ ਹੋ ਜਾਂਦੇ ਆ, ਹੈ ਨਾ। ਤੇ ਇੰਨਾ ਪਿਆਰ, ਉਹ ਸਾਰਿਆਂ ਦੇ ਨੰਬਰ ਹੈਗੇ ਆਪਣੇ ਕੋਲ, ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ। ਹੁਣ ਜਿਵੇਂ WhatsApp ਹੈਗਾ ਤੇ ਕਾਫੀ ਅੱਛੀ ਗੱਲ ਹੈ ਜੀ, ਉਹਨਾਂ ਦੇ ਨਾਲ ਲਿੰਕ ਬਣਿਆ ਹੋਇਆ, ਤੇ ਦੇ ਕੀਪ ਸੈਂਡਿੰਗ ਦੇਅਰ ਬਲੇਸਿੰਗਸ। ਇਹਦੇ ਤੇ ਮੈਂ ਵੀ ਐਡ ਕਰਨਾ ਚਾਹੂੰਗਾ ਕਿ ਜਿਵੇਂ ਇਹਨਾਂ ਨੇ ਕਿਹਾ, ਸਾਨੂੰ ਕੋਈ ਉੱਥੇ ਦਿੱਕਤ ਨਹੀਂ ਹੋਈ, ਕੋਈ ਤਕਲੀਫ ਨਹੀਂ, ਸਾਰਿਆਂ ਦਾ ਸਾਥ ਸੀ। ਇੱਕ 40-45 ਡਿਗਰੀਜ਼ ਦਾ ਟੈਂਪਰੇਚਰ ਉੱਪਰੋਂ ਚੱਲਦਾ, ਉੱਪਰੋਂ ਕੁਛ ਲੋਕਡਾਊਨਸ ਲੱਗੇ, ਤੇ ਅਸੀਂ ਇੱਕ ਲਾਈਵ ਪ੍ਰੋਟੈਸਟ 'ਤੇ ਸ਼ੂਟ ਕਰ ਰਹੇ ਹਾਂ। ਮੈਂ ਹਮੇਸ਼ਾ ਟੀਮ ਨੂੰ ਯਾਦ ਦਿਲਾਉਂਦਾ ਸੀ ਕਿ ਇਹ ਸੈੱਟ ਨਹੀਂ ਹੈ, ਅਸੀਂ ਇੰਨੇ ਕੰਫਰਟੇਬਲ ਹੋ ਗਏ ਸਾਨੂੰ ਲੱਗ ਰਿਹਾ ਕਿ ਅਸੀਂ ਸੈੱਟ 'ਤੇ ਚੱਲੇ ਹਾਂ, ਪਰ ਇਹ ਧਰਨਾ ਹੈ, ਲਾਈਵ ਪ੍ਰੋਟੈਸਟ, ਅਸੀਂ ਹਾਈਵੇ 'ਤੇ ਬੈਠੇ ਹਾਂ, ਅਸੀਂ ਖੁਦ ਭੁੱਲ ਜਾਂਦੇ ਸੀ ਕਿ ਅਸੀਂ ਹਾਈਵੇ 'ਤੇ ਬੈਠੇ ਹਾਂ। ਸੋ ਸਾਡਾ ਉੱਥੇ ਬਹੁਤ ਸਾਥ ਸੀ। ਈਵਨ ਕਿ ਇੱਕ ਹਫ਼ਤੇ 10 ਦਿਨ ਬਾਅਦ ਅਸੀਂ ਕਿਤੇ ਤੁਰੇ ਜਾਂਦੇ ਸੀਗੇ ਤੇ ਪਿੱਛੇ ਗੱਲਾਂ ਬਾਤਾਂ ਚੱਲਦੀਆਂ ਸੀ, ਤੇ 2 ਕਿਸਾਨ ਆਪਣੇ ਵਿੱਚ ਗੱਲ ਕਰਦੇ ਸੀ ਕਿਹੜੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ, ਤੇ ਕਿਸੇ ਨੇ ਫਿਲਮ ਦਾ ਨਾਂ ਲੈ ਕੇ ਉਹਨੇ ਜਵਾਬ ਦਿੱਤਾ ਕਿ ਚਰਵਾਹਾ ਮੂਵੀ ਸ਼ੂਟ ਹੋ ਰਹੀ ਹੈ, ਜੋ ਸਾਡੇ ਫਿਲਮ ਦਾ ਨਾਂ ਹੈ ਚਰਵਾਹਾ, ਦ ਸ਼ੈਪਰਡ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਭੇਡਾਂ ਬੱਕਰੀਆਂ ਚਾਰਨ ਵਾਲਾ। ਸੋ ਮੀਨਸ ਇੰਨੇ ਸਾਰੇ ਕੰਫਰਟੇਬਲ ਹੋ ਗਏ ਸੀ, ਇੰਨੇ ਸਾਰੇ ਮਿਕਸਅਪ ਹੋ ਗਏ ਸੀ, ਬਹੁਤ ਹੀ ਸਪੋਰਟ ਸੀ ਸਾਰਿਆਂ ਦੀ, ਬਹੁਤ ਵਧੀਆ ਬੌਂਡਿੰਗ ਸਾਰਿਆਂ ਨਾਲ ਬਣ ਗਈ ਸੀਗੀ। ਬਿਲਕੁਲ। ਅੱਛਾ, ਮੈਂ ਜ਼ਰੂਰ ਪੁੱਛੂੰਗਾ ਕਿਉਂਕਿ ਕਾਫੀ ਕਰੈਕਟਰਸ ਦੁਬਾਰਾ ਵੀ ਐਡ ਕੀਤੇ ਗਏ, ਜਿਵੇਂ ਤੁਸੀਂ ਆਪਾਂ ਜ਼ਿਕਰ ਕਰ ਰਹੇ ਸੀਗੇ ਵੀ ਤੁਸੀਂ ਇੱਕ ਮੂਵੀ ਲਿਖੀ, ਸਾਰੀ ਸਕ੍ਰਿਪਟ ਲਿਖੀ ਵੀ ਕਿਵੇਂ ਕਿਵੇਂ ਕੀ ਇੱਕ ਸਕਰੀਨ ਪਲੇ ਲਿਖਿਆ ਸਾਰਾ, ਉਸ ਤੋਂ ਬਾਵਜੂਦ ਜਿਵੇਂ ਤੁਸੀਂ ਉੱਥੇ ਪਹੁੰਚੇ ਸੀ ਤਾਂ ਉਸ ਤੋਂ ਬਾਅਦ ਕਾਫੀ ਚੀਜ਼ਾਂ ਵੀ ਜਿਹੜੇ ਕਾਫੀ ਸੀਨਸ ਵੀ ਐਡ ਹੋਏ, ਕਾਫੀ ਕਰੈਕਟਰ ਵੀ ਐਡ ਹੋਏ। ਇੱਕ ਪਰਮ
ਨਿਮਾਣਾ ਦਾ ਕਰੈਕਟਰ ਜਿਹੜਾ ਸੀ ਜ਼ਰੂਰ ਐਡ ਕੀਤਾ ਗਿਆ ਸੀ ਉਸ ਟਾਈਮ ਦੇ ਵਿੱਚ। ਮੈਂ ਚਾਹੂੰਗਾ ਵੀ ਉਹਨਾਂ ਨੇ ਇਸ ਮੂਵੀ ਦੇ ਵਿੱਚ ਵੀ ਕਦੇ ਬਾਲੀਵੁੱਡ 'ਚ ਨਹੀਂ ਗਏ, ਕਦੇ ਪਾਲੀਵੁੱਡ 'ਚ ਨਹੀਂ ਗਏ, ਸਿੱਧਾ ਵੀ ਇਸ ਮੂਵੀ ਦੇ ਵਿੱਚ ਫੋਰਨ ਮੂਵੀ ਦੇ ਵਿੱਚ ਸਿੱਧੀ ਐਂਟਰੀ ਲਈ। ਉਹਨਾਂ ਦਾ ਸਬੱਬ ਕਿਵੇਂ ਬਣਿਆ, ਤੁਹਾਡੇ ਨਾਲ ਕਿਵੇਂ ਰਾਬਤਾ ਹੋਇਆ ਉਹਨਾਂ ਦਾ? 1.5 ਸਾਲ ਪਹਿਲਾਂ ਮੇਰਾ ਉਹਨਾਂ ਦਾ ਨਾਲ ਕੰਟੈਕਟ ਹੋਇਆ ਸੀ ਸੋਸ਼ਲ ਮੀਡੀਆ, ਆਈ ਥਿੰਕ ਇੰਸਟਾਗ੍ਰਾਮ 'ਤੇ। ਅਤੇ ਕਿਉਂਕਿ ਮੈਂ ਸਰਤਾਜ ਦਾ ਵੀ ਫੈਨ ਹੈਗਾ ਅਤੇ ਹੁਣ ਵੀ ਹੈ, ਅਤੇ ਓਬਵੀਅਸਲੀ ਇਕੱਠੇ ਕੰਮ ਵੀ ਕਰਦੇ। ਸੋ ਮੈਨੂੰ ਜੋ ਉਹਦੀ ਸੂਫੀ ਸ਼ਾਇਰੀ ਹੈ ਮੈਨੂੰ ਕਾਫੀ ਇੰਟਰਸਟ ਸੀ। ਗੱਲਾਂ ਬਾਤਾਂ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਵੀ ਮੈਂ ਕਿਤੇ ਫਿਲਮ ਬਣਾਉਂਗਾ ਮੈਂ ਚਾਹੁੰਦਾ ਕਿਸੇ ਦੇ ਐਨੀ ਵੇ ਤੂੰ ਇੱਕ ਉਹਦਾ ਹਿੱਸਾ ਬਣੀ। ਸੋ ਉਹਨੂੰ ਜਦੋਂ ਅਸੀਂ ਪਹੁੰਚੇ ਇੰਡੀਆ, ਮੈਂ ਉਹਨੂੰ ਕੰਟੈਕਟ ਕੀਤਾ ਕਿ ਮੈਨੂੰ ਇੱਕ ਡਾਇਲੋਗ ਗਾਈਡੈਂਸ ਦੀ ਲੋੜ ਹੈ। ਮੀਨਸ ਡਾਇਲੋਗ ਮੈਂ ਸਾਰੇ ਲਿਖੇ ਹੋਏ ਆ ਆਲਰੇਡੀ, ਸਾਰਾ ਸਕ੍ਰਿਪਟ ਸਕਰੀਨ ਪਲੇ ਸਾਰਾ ਰੈਡੀ ਹੈ, ਡਾਇਲੋਗਸ ਵੀ ਆਪਣੇ ਹਿਸਾਬ ਨਾਲ ਲਿਖੇ। ਬਟ ਕਿਉਂਕਿ ਮੇਰੀ ਫਸਟ ਲੈਂਗੁਏਜ ਤਾਂ ਫਿਰ ਵੀ ਇੰਗਲਿਸ਼, ਉੱਥੇ ਦੇ ਜੰਪਲ ਹੈਗੇ ਆ। ਸੋ ਮੈਨੂੰ ਲੱਗਿਆ ਕਿਤੇ ਕਿਤੇ ਮੇਰੀ ਪੰਜਾਬੀ 'ਚ ਕੋਈ ਕਮੀ ਨਾ ਹੋਵੇ ਜਾਂ ਕੋਈ ਗਲਤ ਸ਼ਬਦ ਇੱਧਰ ਉੱਧਰ ਨਾ ਹੋ ਗਿਆ ਹੋਵੇ ਨਾ, ਕਿ ਪਰਮ ਤੂੰ ਥੋੜ੍ਹਾ ਮੈਨੂੰ ਗਾਈਡੈਂਸ ਦੇ ਰਹੀ। ਉਹਨੇ ਵੈਸੇ ਤਾਂ ਕਹਿੰਦਾ ਕਿ ਸਾਰਾ ਕੁਝ ਤਕਰੀਬਨ ਠੀਕ ਹੀ ਹੈ ਜੋ ਤੁਸੀਂ ਲਿਖਿਆ। ਫਿਰ ਪਰ ਮੈਂ ਕਿਹਾ ਤੂੰ ਚਲੋ ਸਾਡੇ ਨਾਲ ਹੀ ਰਹਿ। ਸੋ ਐਜ਼ ਅ ਡਾਇਲੋਗ ਗਾਈਡੈਂਸ ਕੋਚ ਉਹ ਸਾਡੇ ਨਾਲ ਸੀ। ਪਰ ਉੱਥੇ ਪਹੁੰਚ ਕੇ ਮੈਂ ਉਹਦੀ ਕਲਿੱਪ ਦੇਖੀ ਸੀ ਕਿਸੇ ਹੋਰ ਮੂਵੀ ਤੋਂ, ਉਹਦੀ ਐਕਟਿੰਗ ਵਗੈਰਾ। ਸੋ ਅਸੀਂ ਉੱਥੇ ਕੁਦਰਤੀ ਇੱਕ ਕੈਰੈਕਟਰ ਬਣ ਗਿਆ ਪਰਮ ਦਾ। ਹਾਂਜੀ, ਸੋ ਉੱਥੇ ਹੀ ਲਿਖ ਕੇ ਉਹਨੂੰ ਇੰਟੀਗ੍ਰੇਟ ਕਰਕੇ, ਜਿਹੜਾ ਕਿ ਬਹੁਤ ਹੀ ਵਧੀਆ ਚੀਜ਼ ਬਣੀ। ਉਹ ਵੀ ਇੱਕ ਚਰਵਾਹਾ ਟਾਈਪ ਕੈਰੈਕਟਰ ਆ, ਬਟ ਉਹਦੇ ਕਾਫੀ ਸ਼ੇਡਸ ਹੈਗੇ ਹੋਰ ਜਿਹੜੇ ਕਿ ਮੈਂ ਹਲੇ ਨਹੀਂ ਮੈਂਸ਼ਨ ਕਰੂੰਗਾ। ਸੋ ਇੱਦਾਂ ਹੌਲੀ ਹੌਲੀ ਉਹਦੀ ਇਨਵੋਲਵਮੈਂਟ ਵੱਧਦੀ ਗਈ। ਐਕਚੁਅਲੀ ਉਹ ਪਹਿਲਾਂ ਤੋਂ ਹੀ ਲਿਖੀ ਸੀ, ਉਹਦੀ ਕਿਸਮਤ ਸੀ, ਸਾਡੀ 'ਚ ਵੀ ਹੈ ਨਾ। ਅੱਛਾ, ਐਕਸਪੈਕਟੇਸ਼ਨਸ ਹਰ ਇੱਕ ਡਾਇਰੈਕਟਰ ਦੀ ਬਹੁਤ ਹੁੰਦੀਆਂ ਨੇ। ਜਦ ਵੀ ਕੋਈ ਮੂਵੀ ਲਿਖਦਾ, ਮੂਵੀ ਡਾਇਰੈਕਟ ਕਰਦੇ ਨੇ, ਐਕਸਪੈਕਟੇਸ਼ਨਸ ਬਹੁਤ ਨੇ। ਇੱਕ ਐਸੀ ਮੂਵੀ ਲਿਖੀ ਹੈ, ਜਿਵੇਂ ਮੈਂ ਦੁਬਾਰਾ ਫਿਰ ਜ਼ਿਕਰ ਕਰ ਰਿਹਾ ਵੀ ਬਹੁਤ ਲੰਬੇ ਸਮੇਂ ਬਾਅਦ ਇੱਕ ਐਸੀ ਮੂਵੀ ਆ ਰਹੀ ਹੈ ਵੀ ਜਿਹਦਾ ਮੈਂ ਵੀ ਕਹਿ ਸਕਦਾ ਪ੍ਰਾਊਡ ਨਾਲ ਕਿ ਇਹ ਮੂਵੀ ਜ਼ਰੂਰ ਦੇਖੋ, ਪਰਿਵਾਰ ਸਮੇਤ ਦੇਖੋ, ਤਾਂ ਕਿ ਅਸਲ ਰੂਟਸ ਦਾ ਪਤਾ ਲੱਗੇ ਵੀ ਆਪਣਾ ਅਸਲ ਜੁੜੇ ਕਿੱਥੋਂ ਹੋਏ ਸੀਗੇ, ਅਸਲੀਅਤ ਆਪਣੀ ਕੀ ਹੈ ਇਨਸਾਨੀਅਤ ਦੀ। ਵੀ ਇਸ ਮੂਵੀ ਦੇ ਰਿਗਾਰਡਿੰਗ ਮੈਂ ਦੇਖਿਆ, ਤੁਹਾਨੂੰ ਪੁੱਛਾਂ ਸਵਾਲ ਕਿ ਐਕਸਪੈਕਟੇਸ਼ਨਸ ਤੁਹਾਡੀਆਂ ਕੀ ਨੇ? ਤੁਸੀਂ ਹੁਣ ਪ੍ਰੋਪਰ ਮੂਵੀ ਸ਼ੂਟ ਕਰ ਚੁੱਕੇ ਹੋ, ਸਾਰੀ ਮੂਵੀ ਡਨ ਹੋ ਚੁੱਕੀ ਹੈ, ਹੁਣ ਰਿਲੀਜ਼ਿੰਗ ਕਦੋਂ ਹੋਣੀ ਹੈ, ਅਤੇ ਐਕਸਪੈਕਟੇਸ਼ਨਸ ਕੀ ਨੇ? ਐਕਸਪੈਕਟੇਸ਼ਨਸ ਇਹੀ ਹੈ ਕਿ ਜਦੋਂ ਸਾਨੂੰ, ਜਿੱਦਾਂ ਹੁਣ ਡਿਪਸ ਭਾਜੀ ਕਹਿੰਦੇ ਸੀ ਕਿ ਪ੍ਰੋਡਿਊਸਰਾਂ ਦਾ ਜੋ ਏਮ ਸੀਗਾ ਕਿ ਅਸੀਂ ਵਾਈਡਰ ਆਡੀਅੰਸ ਨੂੰ ਐਜੂਕੇਟ ਕਰੀਏ, ਇਨਫੋਰਮ ਕਰੀਏ ਕਿ ਕੀ ਹੋ ਰਿਹਾ। ਸੋ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ ਸੁਨੇਹਾ ਜਿਹੜਾ, ਕਿ ਸਾਡੀ ਫਿਲਮ ਦਾ ਜੋ ਹੀਰੋ ਮੈਂ ਕਹਿੰਦਾ ਉਹ ਸਕ੍ਰਿਪਟ ਹੈ, ਉਹ ਮੈਸੇਜ ਹੈ ਇਸ ਫਿਲਮ ਦਾ। ਸੋ ਉਹ ਮੈਸੇਜ ਦੁਨੀਆ ਤੱਕ ਪਹੁੰਚੇ, ਅਲੱਗ ਮੁਲਕਾਂ ਦੇ ਜਿਹੜੇ ਕਿਸਾਨ ਉਹਨਾਂ ਤੱਕ, ਅਤੇ ਕਿਸਾਨੀ ਤੋਂ ਬਾਹਰ ਵੀ ਆਮ ਵਰਲਡ ਵਾਈਡ ਜਿਹੜੀ ਆਡੀਅੰਸ। ਸੋ ਐਕਸਪੈਕਟੇਸ਼ਨਸ ਇਹੀ ਹੈ ਮੇਰੇ ਖੁਦ ਲਈ ਤਾਂ ਇਹ ਹੈ ਕਿ ਵਧੀਆ ਫਿਲਮ ਲੋਕੀ ਐਂਟਰਟੇਨ ਵੀ ਹੋਣ, ਐਜੂਕੇਟ ਵੀ ਹੋਣ, ਅਤੇ ਬਸ ਮੇਰੇ ਵੱਲੋਂ ਤਾਂ ਇਹੀ ਹੈ। ਬਾਕੀ ਡਿਪਸ ਵੀਰੇ, ਆਖਰੀ ਸਵਾਲ ਤੁਹਾਨੂੰ, ਕਿ ਅਕਸਰ ਕਲਾਕਾਰ ਨੂੰ ਐਂ ਹੁੰਦਾ ਵੀ ਮੈਨੂੰ ਕੋਈ ਵੀ ਰੋਲ ਦੇ ਦਿਓ ਮੈਂ ਨਿਭਾ ਲੂੰਗਾ, ਚਾਹੇ ਖੜਕੇ ਦੜਕੇ ਵਾਲਾ ਦੇ ਲਓ, ਚਾਹੇ ਕੋਈ ਰੋਮਾਂਟਿਕ ਦੇ ਲਓ, ਪਰ ਤੁਹਾਨੂੰ ਅਸਲ ਦੇ ਵਿੱਚ ਮੈਂ ਦੇਖਾਂ, ਜੇ ਮੈਂ ਪੁੱਛਾਂ ਦਿਲ 'ਤੇ ਹੱਥ ਰੱਖ ਕੇ ਦੱਸਿਓ ਵੀ ਕਿਹੜਾ ਰੋਲ ਨਿਭਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਵੀ ਯਾਰ ਮੈਂ ਆਹ ਰੋਲ ਦਾ ਮੈਂ ਦਿਲੋਂ ਨਿਭਾਊਂਗਾ? ਅਸੀਂ ਗੱਲ ਵੀ ਕਰ ਰਹੇ ਸੀ ਇਹਦੇ ਬਾਰੇ ਕਿ ਕਈ ਵਾਰ ਤੁਸੀਂ ਰੋਲ ਨੂੰ ਨਹੀਂ ਚੁਣਦੇ, ਰੋਲ ਤੁਹਾਨੂੰ ਚੁਣਦਾ। ਅਤੇ ਜਦੋਂ ਭਾਜੀ ਨਾਲ ਵੀ ਮੈਂ ਗੱਲ ਕਰ ਰਿਹਾ ਸੀ, ਇਹਨਾਂ ਨੂੰ ਦੱਸ ਰਿਹਾ ਸੀ ਕਿ ਇਹ ਜਿਹੜੀ ਫਿਲਮ ਹੈ ਜਿਹਨੇ ਮੈਨੂੰ ਚੂਜ਼ ਕੀਤਾ ਹੈ, ਆਈ ਐਮ ਦਾ ਕਰੈਕਟਰ। ਇਹ 'ਚ ਮੈਨੂੰ ਐਕਟਿੰਗ ਕਰਨ ਦੀ ਲੋੜ ਨਹੀਂ ਪਈ। ਇਹ ਜਿਹੜੇ ਮੇਰੇ ਅਸਲੀ ਇਮੋਸ਼ਨ ਸੀ, ਅਤੇ ਜਦੋਂ ਐਕਟਰ ਨੂੰ ਐਸਾ ਮਤਲਬ ਕਿ ਰੋਲ ਮਿਲ ਜਾਂਦਾ ਨਾ ਜੋ ਉਹ ਆਪ ਹੈ, ਅਤੇ ਫਿਰ ਦੇਰ ਇਜ਼ ਨੋ ਲੁਕਿੰਗ ਬੈਕ। ਮੈਂ ਆਪਣਾ 100% ਦਿੱਤਾ, ਜੋ ਮੈਂ ਸੱਚੀ ਦਿਲੋਂ ਆ ਉਹ ਮੈਂ ਗੁਰੀ ਦੇ ਕਰੈਕਟਰ ਨੂੰ ਦੇ ਪਾਇਆ, ਅਤੇ ਬਾਕੀ ਸਰ ਦੀ ਜੋ ਵਿਜ਼ਨ ਸੀ। ਸੋ ਆਈ ਵੁੱਡ ਬਿਲੀਵ ਦਿਸ ਇਜ਼ ਗੋਇੰਗ ਟੂ ਬੀ ਫਿਲਮ ਦੈਟ ਆਈ ਐਮ ਗੋਇੰਗ ਟੂ ਬੀ ਪ੍ਰਾਊਡ ਆਫ ਸਾਰੀ ਜ਼ਿੰਦਗੀ, ਹੈ ਨਾ। ਅਤੇ ਬਾਕੀ ਜੇ ਰੋਲ ਦੀ ਗੱਲ ਹੈ, ਲਾਈਕ in future I would like to play a bit shady roles, which I can express कि हाँ भी I can do in one role I've got different shades। ਇਸ ਤਰ੍ਹਾਂ ਦਾ ਮੇਰਾ ਮੈਂ ਇਹ ਵੀ ਕਰ ਸਕਦਾ। ਹਾਂਜੀ, ਇਹ 'ਚ ਮੇਰਾ ਇੰਟਰਸਟ ਸੀ, ਪਰ ਇਹ ਜਿਹੜਾ ਸੀ ਇਹ ਮੇਰਾ ਦਿਲੋਂ ਨਿਕਲਿਆ, ਅਤੇ ਦਿਲੋਂ ਹੀ ਮੈਂ ਕੀਤਾ, ਅਤੇ ਹੋਪਫੁਲੀ ਆਡੀਅנס ਦੇ ਦਿਲਾਂ ਤੱਕ ਪਹੁੰਚੇਗਾ, ਕਿਉਂਕਿ ਇਹ ਇਮੋਸ਼ਨਲ ਫਿਲਮ ਹੈ। ਜਿਵੇਂ ਅਸੀਂ ਸ਼ੂਟ ਕਰ ਰਹੇ ਸੀ ਜਦੋਂ ਇੱਥੇ ਪਿੰਡ 'ਚ, ਨਿਰਮਲ ਰਿਸ਼ੀ ਮੈਮ ਹੁਣ ਇੰਨੇ ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦੇ, ਵੈਨ ਫਸਟ ਟਾਈਮ ਜਦੋਂ ਉਹਨਾਂ ਦੇ ਨਾਲ ਸੀਨ ਸੀ ਮੇਰਾ, ਚਾਚੇ ਦਾ ਅਤੇ ਉਹਨਾਂ ਦਾ, ਅਤੇ ਇੱਕ ਬਹੁਤ ਪ੍ਰਾਊਡ ਮੂਵਮੈਂਟ ਹੈ ਫॉर ਮੀ ਕਿ ਜਦੋਂ ਸੀਨ ਖਤਮ ਹੋਇਆ ਅਤੇ ਉਹਨਾਂ ਨੇ ਕੱਟ ਹੁੰਦਿਆਂ ਹੀ ਉਹਨਾਂ ਨੇ ਕਿਹਾ ਡਿਪਸ, ਅਤੇ ਉਹ ਚਾਚਾ ਜੀ ਨੂੰ ਯੂ ਪਰਫੋਰਮਡ ਰੀਅਲੀ ਵੈਲ, ਅਤੇ ਉਹ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਸੀ। ਅਤੇ ਫਿਰ ਬਾਅਦ 'ਚ ਬੈਠੇ ਉਹਨਾਂ ਨੇ ਪੁੱਛਿਆ ਕਿੱਥੋਂ ਥੀਏਟਰ ਸਿੱਖਿਆ ਐਟਸੈਕਟਰਾ। ਪਰ ਇਹ ਗੱਲ ਹੈ ਕਿ ਜਦੋਂ ਇੰਨੀ ਵੱਡੀ ਸ਼ਖਸੀਅਤ ਤੁਸੀਂ ਕੰਮ ਕਰਦੇ ਹੋ, ਲੋਕੀ ਕਹਿੰਦੇ ਨਰਵਸ ਹੋ ਸਕਦੇ ਹੋ, ਪਰ ਨਹੀਂ, ਜਿਹੜਾ ਕਲਾਕਾਰ ਹੁੰਦਾ ਹੈ ਉਹ ਕਰੈਕਟਰ 'ਚ ਹੁੰਦਾ ਹੈ, ਉਹ 'ਚ ਨਰਵਸਨੈਸ ਦੀ ਕੋਈ ਗੱਲ ਨਹੀਂ। ਜੇ ਮੇਰੀ ਮਾਂ ਹੈ ਤਾਂ ਫਿਰ ਮੇਰੀ ਮਾਂ ਹੀ ਹੈ ਉਹ ਫਿਲਮ 'ਚ, ਹੈ ਨਾ। ਸੋ ਇਸ ਤਰ੍ਹਾਂ ਦਾ ਰੋਲ, ਇਸ ਤਰ੍ਹਾਂ ਦੇ ਇਮੋਸ਼ਨਸ ਅਟੈਚਡ ਹੈ, ਅਤੇ ਹੋਪਫੁਲੀ ਲੋਕਾਂ ਦੇ ਦਿਲਾਂ ਤੱਕ ਪਹੁੰਚਣਗੇ। ਬਿਲਕੁਲ, ਬਹੁਤ ਵੱਡੀ ਗੱਲ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਵੀ ਹੁੰਦਾ ਸੀਗਾ ਕਿ
ਕਲਾਕਾਰਾਂ ਨੂੰ ਅਕਸਰ ਕਹਿ ਦਿੰਦਾ ਸੀਗਾ ਵੀ ਹਿੱਕ ਦੇ ਜ਼ੋਰ ਤੇ ਗਾਉਣ ਵਾਲਾ ਕਲਾਕਾਰ ਹੀ ਹਿੱਟ ਜਾਂਦਾ। ਉਹ ਇਸ ਕਰਕੇ ਕਹਿ ਜਾਂਦਾ ਕਿਉਂਕਿ ਦਿਲ ਤੋਂ ਗਾਉਂਦੇ ਸੀ ਤੇ ਗੱਲ ਵੀ ਦਿਲ ਤੇ ਜਾ ਕੇ ਵੱਜਦੀ ਸੀਗੀ। ਹੁਣ ਜਿਹੜੀ ਗੱਲ ਹੈ ਕਿਸਾਨੀ ਦੀ ਗੱਲ ਹੈ, ਦਰਸ਼ਕ ਵੀ ਦੇਖ ਰਹੇ ਹੋਣਗੇ ਵੀ ਦਿਲ ਤੋਂ ਤੁਸੀਂ ਲਿਖੀ ਹੈ ਤੇ ਦਿਲ ਤੋਂ ਨਿਭਾਈ ਗਈ ਹੈ, ਤੇ ਮੈਂ ਵੀ ਉਮੀਦ ਕਰਦਾ ਵੀ ਦਿਲਾਂ ਤੇ ਹੀ ਜਾ ਕੇ ਵੱਜੂਗੀ। ਤੇ ਬਹੁਤ ਲੰਬੇ ਟਾਈਮ ਬਾਅਦ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ, ਇੱਕ ਬਹੁਤ ਲੰਬੇ ਅਰਸੇ ਬਾਅਦ ਇੱਕ ਐਸੀ ਮੂਵੀ ਆ ਰਹੀ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਜ਼ਿਆਦਾਤਰ ਟਾਈਮ ਜਿਹੜਾ ਆਪਣੇ ਬਿਜ਼ੀ ਸਕੈਜੂਲ ਦੇ ਵਿੱਚੋਂ ਆਪਾਂ ਫੋਨ ਤੇ ਬਤੀਤ ਕਰ ਦਿੰਦੇ ਹਾਂ। 5 ਮਿੰਟ ਦਾ ਟਾਈਮ ਮਿਲਦਾ, 10 ਮਿੰਟ ਦਾ ਟਾਈਮ ਮਿਲਦਾ, ਆਪਾਂ ਉਹਦੇ ਵਿੱਚੋਂ ਵੀ 8-10 ਮਿੰਟ ਜਿਹੜੇ ਨੇ ਆਪਾਂ ਫਿਰ ਵੀ ਫੋਨ ਤੇ ਕੱਢ ਦਿੰਦੇ ਹਾਂ। ਕਿਸੇ ਨੂੰ ਕਾਲ ਕਰ ਲਈ ਜਾਂ ਆਪਾਂ ਸੋਸ਼ਲ ਮੀਡੀਆ ਤੇ ਸਰਫਿੰਗ ਕਰ ਲਈ। ਉਸੇ ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਆਪਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਾਂ, ਵਾਇਰਲ ਕਰਦੇ ਰਹਿੰਦੇ ਹਾਂ। ਪਰ ਮੈਂ ਕਹੂੰਗਾ, ਅਪੀਲ ਕਰੂੰਗਾ, ਪਹਿਲੀ ਵਾਰ ਅਪੀਲ ਕਰੂੰਗਾ ਕਿ ਇਸ ਮੂਵੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਇੱਕ ਰੂਟਸ ਅਸਲ ਪਤਾ ਲੱਗ ਸਕੇ ਕਿ ਵਿਰਸਾ ਕੀ ਹੈ ਪੰਜਾਬੀਅਤ ਦਾ। ਕਿਉਂਕਿ ਜਿਵੇਂ ਮੈਂ ਬਾਈ ਨੂੰ ਸਵਾਲ ਕੀਤਾ ਸੀ ਕਿ ਬਾਹਰਲੇ ਬੱਚਿਆਂ ਨੂੰ, ਬਾਹਰਲੇ ਜੰਪਲ ਨੂੰ ਤਾਂ ਇੱਕ ਸਵਾਲ ਕਰ ਦਿੰਦੇ ਨੇ ਵੀ ਤੁਹਾਨੂੰ ਕੀ ਪਤਾ ਵਿਰਸੇ ਦਾ, ਪਰ ਉਸੇ ਜੰਪਲ ਨੇ ਅੱਜ ਇੱਕ ਮੂਵੀ ਡਾਇਰੈਕਟ ਕੀਤੀ ਹੈ, ਲਿਖੀ ਹੈ, ਇਮੋਸ਼ਨਸ ਪਾਏ ਨੇ ਪੰਜਾਬੀ ਦੇ, ਪੰਜਾਬੀਅਤ ਦੇ। ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਪੰਜਾਬੀਅਤ ਨੂੰ ਬਚਾਇਆ ਜਾ ਸਕੇ। ਉਮੀਦ ਕਰਦਾ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਇਹਨਾਂ ਨੇ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਹੋਰ ਰੋਜ਼ਮर्रा ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸ਼ੇਅਰ ਕਰਦੇ ਹਾਂ। ਮੈਂ ਤਾਂ ਇਹ ਐਕਸਪੈਕਟ ਕਰੂੰਗਾ ਤੁਹਾਡੇ ਤੋਂ ਵੀ ਕਿ ਚੰਗੀ ਚੀਜ਼ ਨੂੰ ਜੇ ਆਪਾਂ ਪ੍ਰਮੋਟ ਕਰ ਸਕਦੇ ਹਾਂ ਸੋਸ਼ਲ ਮੀਡੀਆ 'ਤੇ ਖਾਸ ਕਰਕੇ, ਕਿਉਂਕਿ ਬਹੁਤ ਬਦਨਾਮ ਪਹਿਲਾਂ ਹੀ ਮੀਡੀਆ ਨੇ ਇਸ ਵਿਰਸੇ ਨੂੰ ਕਰ ਦਿੱਤਾ ਆ, ਸਿੱਖੀ ਨੂੰ ਕਰ ਦਿੱਤਾ ਆ। ਪਰ ਹੁਣ ਆਪਾਂ ਇਹ ਕਹਾਣ ਹੋਰ ਨਾ ਹੋਣ ਦਈਏ, ਚੰਗੀ ਚੀਜ਼ ਨੂੰ ਪ੍ਰਮੋਟ ਕਰੀਏ ਤਾਂ ਕਿ ਚੰਗੇ ਕਲਾਕਾਰ, ਚੰਗੇ ਡਾਇਰੈਕਟਰ, ਚੰਗੀ ਸੋਚ ਵਾਲੇ ਜਿਹੜੇ ਸੂਝਵਾਨ ਨੌਜਵਾਨ ਨੇ ਉਹ ਅੱਗੇ ਆਉਣ। ਉਮੀਦ ਕਰਦਾ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਇਹੋ ਜਿਹੀ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।